ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਰੇ ਸਾਚੀ ਖਸਮ ਰਜ਼ਾਏ, ਜਿਨ ਤਨ ਮਨ ਸਾਜ ਸ਼ਿੰਗਾਰਿਆ, ਤਿਸ ਸੇਤੀ ਲਿਵ ਲਾਏ ਰਹਾਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 62 ਦੇ ਉੱਪਰ ਸੁਭਾਈਮਾਨ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਅੰਦਰ ਜੋ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਜੋ ਆਪ ਜੀ ਨੇ ਸਰਵਨ ਕੀਤੀ ਹੈ, ਮਨ ਨੂੰ ਸੰਬੋਧਨ ਕਰਕੇ ਸਮਝਾਉਣ ਦਾ ਯਤਨ ਕਰਦੇ ਨੇ, ਕਿਉਂਕਿ ਮਨ ਵਿੱਚ ਕਈ ਪ੍ਰਕਾਰ ਦੇ ਭੁਲੇਖੇ ਨੇ। ਮਨ ਕਈ ਪ੍ਰਕਾਰ ਦੇ ਭਰਮ ਦੇ ਵਿੱਚ ਹੈ, ਤੇ ਜਿੰਨਾ ਚਿਰ ਭਰਮ ਭੁਲੇਖੇ ਨਹੀਂ ਸਾਡੇ ਅੰਦਰੋਂ ਦੂਰ ਹੋਣਗੇ, ਉਨਾ ਚਿਰ ਅਸੀਂ ਅਸਲ ਰਾਹ ਉੱਤੇ ਤੁਰ ਹੀ ਨਹੀਂ ਸਕਦੇ। ਤੇ ਜੋ ਅਸਲ ਵਿੱਚ ਸਾਨੂੰ ਕਰਮ ਕਰਨ ਵਾਸਤੇ ਆਖਿਆ, ਅਸੀਂ ਉਹ ਕਰਮ ਵੀ ਨਹੀਂ ਕਰ ਸਕਦੇ, ਕਿਉਂਕਿ ਭਰਮ ਭੁਲੇਖੇ ਵਿੱਚ ਅਸੀਂ ਹੋਰ ਕਰਮ ਤੇ ਕਰਾਂਗੇ, ਪਰ ਜਿਹੜਾ ਕਰਮ ਕਰਨ ਲਈ ਸਾਨੂੰ ਮਨੁੱਖਾ ਜਨਮ ਮਿਲਿਆ ਉਹ ਨਹੀਂ ਸਾਡੇ ਤੋਂ ਹੋਏਗਾ। ਇਸ ਵਾਸਤੇ ਪਹਿਲਾਂ ਸਤਿਗੁਰੂ ਜੀ ਸਾਡੇ ਭਰਮ ਔਰ ਭੁਲੇਖਿਆਂ ਨੂੰ ਦੂਰ ਕਰਦੇ ਨੇ। ਜਦੋਂ ਡਾਕਟਰ ਨੇ ਕੋਈ ਵੱਡਾ ਆਪਰੇਸ਼ਨ ਕਰਨਾ ਹੋਵੇ ਨਾ, ਤੇ ਪਹਿਲੇ ਜਿਹੜੀਆਂ ਹੋਰ ਬਿਮਾਰੀਆਂ ਨੇ ਉਹਨਾਂ ਨੂੰ ਕੰਟਰੋਲ ਵਿੱਚ ਕੀਤਾ ਜਾਂਦਾ ਹੈ, ਤੇ ਜਦੋਂ ਤੱਕ ਉਹ ਕੰਟਰੋਲ ਦੇ ਵਿੱਚ ਨਾ ਹੋਣ ਉਹਨਾਂ ਚਿਰ ਆਪਰੇਸ਼ਨ ਨਹੀਂ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਸਾਡੇ ਹਉਮੈ ਦਾ ਨਾਸ਼ ਕਰਨਾ ਚਾਹੁੰਦੇ, ਕਿਉਂਕਿ ਹਉਮੈ ਸਭ ਤੋਂ ਵੱਡਾ ਰੋਗ ਹੈ। ਹਉਮੈ ਦੀਰਘ ਰੋਗ ਹੈ, ਇਹਦਾ ਇਲਾਜ ਕਰਨਾ ਹੈ, ਪਰ ਇਹਦਾ ਇਲਾਜ ਤਾਂ ਹੀ ਹੋਏਗਾ ਜੇ ਮਨ ਭਰਮ ਭੁਲੇਖਿਆਂ ਵਿੱਚੋਂ ਨਿਕਲੇਗਾ। ਪਹਿਲੇ ਇਹਦੇ ਵਿੱਚੋਂ ਦੀ ਭਰਮ ਨੂੰ ਕੱਢਣਾ ਹੈ, ਭੁਲੇਖਿਆਂ ਵਿੱਚੋਂ ਦੀ ਇਹਨੂੰ ਕੱਢਣਾ ਹੈ, ਤਾਂ ਕਿ ਇਹ ਹੋਰ ਕਰਮ ਜਿਹੜੇ ਨੇ ਇਹ ਨਾ ਕਰ ਸਕੇ। ਇਹ ਮਨ ਉਹ ਕਰਮ ਕਰੇ ਜਿਹਦੇ ਨਾਲ ਇਹਨੂੰ ਸਫਲਤਾ ਕਾਮਯਾਬੀ ਮਿਲ ਸਕੇ। ਔਰ ਤਕਰੀਬਨ ਜਿਹੜੇ ਰੋਜ਼ਾਨਾ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ 'ਚ ਅੰਮ੍ਰਿਤ ਬਾਣੀ ਦਾ ਅਭਿਆਸ ਕਰਨ ਵਾਲੇ ਨੇ,
ਰੋਜ਼ਾਨਾ ਹੀ ਸਤਿਗੁਰੂ ਮਹਾਰਾਜ ਜੀ ਸਾਨੂੰ ਭਰਮ ਵਿੱਚੋਂ ਕੱਢ ਕੇ ਸਮਝਾਉਂਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਮਨ ਕੇਵਲ ਨਾਮ ਨਹੀਂ ਨਾ ਸਿਮਰਦਾ, ਮਨ ਭਰਮ ਵਿੱਚ ਹੈ, ਕਈ ਪ੍ਰਕਾਰ ਦੇ ਭੁਲੇਖੇ ਨੇ। ਇਸ ਕਰਕੇ ਇਹ ਸਰੀਰ ਤੋਂ ਹੀ ਜਿਹੜਾ ਸਭ ਕੁਝ ਕਰਵਾਉਣਾ ਚਾਹੁੰਦਾ ਹੈ। ਹੁਣ ਭਰਮ ਭੁਲੇਖਿਆਂ ਵਿੱਚ ਕੀ ਹੁੰਦਾ ਹੈ, ਵੱਡੇ ਵੱਡੇ ਦਾਨ ਪੁੰਨ ਜਿਹੜੇ ਆ ਉਹ ਸਰੀਰ ਦੇ ਰਾਹੀਂ ਹੋ ਰਹੇ ਨੇ। ਤੀਰਥਾਂ ਦੇ ਬਾਹਰੋਂ ਇਸ਼ਨਾਨ ਸਰੀਰ ਦੇ ਰਾਹੀਂ ਹੋ ਰਹੇ ਨੇ। ਮਨ ਜਿਹੜਾ ਇਹ ਹੱਠ ਕਰਕੇ ਬੈਠਾ ਹੋਇਆ ਹੈ ਔਰ ਸਰੀਰ ਦੇ ਰਾਹੀਂ ਹੀ ਜਿਹੜੇ ਨੇ ਇਹ ਕਿਰਿਆਵਾਂ ਕਰਮ ਜਿਹੜੇ ਕਰਵਾ ਰਿਹਾ ਹੈ। ਹੁਣ ਸਰੀਰ ਨੂੰ ਹੀ ਜਿਹੜਾ ਉਹ ਕਟਵਾਉਣ ਵਾਸਤੇ ਵੀ ਮਜਬੂਰ ਕਰ ਦਿੰਦਾ ਹੈ। ਪਰ ਗੱਲ ਸਰੀਰ ਨੂੰ ਕਟਾਉਣ ਨਾਲ ਵੀ ਨਹੀਂ ਬਣਨੀ ਤੇ ਵੱਡੇ ਵੱਡੇ ਬਾਹਰ ਦੇ ਦਾਨ ਪੁੰਨ ਨਾਲ ਵੀ ਨਹੀਂ ਬਣਨੀ। ਜੋ ਗੁਰਬਾਣੀ ਦਾ ਫੈਸਲਾ ਹੈ, ਬਾਹਰ ਦੇ ਤੀਰਥਾਂ ਦੇ ਇਸ਼ਨਾਨ ਨਾਲ ਵੀ ਇਕੱਲਿਆਂ ਗੱਲ ਨਹੀਂ ਬਣਨੀ। ਕੱਲ ਵੀ ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਬਦ ਨੂੰ ਵਿਚਾਰਿਆ ਵੀ ਤੂੰ ਜੇ ਇਸ਼ਨਾਨ ਕਰਨਾ ਹੀ ਹੈ ਤੇ ਫਿਰ ਸਰੀਰ ਦਾ ਭਰਮ ਛੱਡ, ਮਨ ਦਾ ਇਸ਼ਨਾਨ ਕਰ। ਸਫਲਤਾ ਤਾਂ ਮਿਲਣੀ ਹੈ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਆ ਜਿਹੜਾ ਗੁਮਾਨ ਹੈ ਨਾ ਸਭ ਤੋਂ ਵੱਡਾ, ਇਹ ਤੇਰੇ ਜੀਵਨ ਵਿੱਚੋਂ ਚਲਾ ਜਾਏਗਾ। ਪਰ ਹੁਣ ਭਰਮ ਕੀ ਹੈ ਕਿ ਬਾਹਰ ਦੇ ਤੀਰਥ ਦਾ ਇਸ਼ਨਾਨ ਕਰਨਾ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਅੱਜ ਸ਼ਬਦ ਵਿੱਚ ਸਤਿਗੁਰੂ ਜੀ ਨੇ ਸਮਝਾਇਆ, ਜੋ ਇਹ ਰਹਾਉ ਸ਼ਬਦ ਦਾ ਕੇਂਦਰੀ ਭਾਵ, ਸਭ ਕਹਿੰਦੇ ਮਨ ਰੇ ਸਾਚੀ ਖਸਮ ਰਜਾਏ। ਹੇ ਮਨ, ਜਿਹੜੀ ਖਸਮ ਦੀ ਰਜ਼ਾ ਹੈ, ਜੋ ਉਸ ਮਾਲਕ ਦਾ ਹੁਕਮ ਹੈ ਉਹ ਸੱਚਾ ਹੈ। ਤੂੰ ਉਹਦੇ ਹੁਕਮ ਦੇ ਵਿੱਚ ਚੱਲ, ਤੂੰ ਉਹਦੀ ਰਜ਼ਾ ਦੇ ਵਿੱਚ ਚੱਲ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿ। ਤੂੰ ਉਹਦੇ ਹੁਕਮ ਤੋਂ ਬਾਹਰ ਨਾ ਹੋ, ਉਹਦੀ ਰਜ਼ਾ ਤੋਂ ਬਾਹਰ ਨਾ ਹੋ। ਕਿਉਂਕਿ ਮਨ ਹੱਠ ਕਿਨੇ ਨਾ ਪਾਇਓ, ਮਨ ਹੱਠ ਕਿਨੇ ਨਾ ਪਾਇਆ, ਸਭ ਥੱਕੇ ਕਰਮ ਕਮਾਏ। ਸਭ ਥੱਕ ਚੁੱਕੇ ਗਏ, ਜ਼ਿੰਦਗੀ ਮੁੱਕ ਚੁੱਕੀ ਹੈ ਕਰਮ ਕਰ ਕਰਕੇ, ਪਰ ਸਫਲਤਾ ਨਹੀਂ ਮਿਲੀ, ਕਾਮਯਾਬੀ ਨਹੀਂ ਮਿਲੀ। ਬਾਹਰੋਂ ਵੀ ਅਸੀਂ ਮਿਹਨਤ ਕਰਦੇ ਹਾਂ ਇਹ ਸੋਚ ਕੇ ਵੀ ਕਾਮਯਾਬੀ ਮਿਲੇ, ਤੇ ਜੇ ਨਾ ਮਿਲੇ ਕਿੰਨੇ ਨਿਰਾਸ਼ ਹੋ ਜਾਂਦੇ ਹਾਂ ਵੀ ਮੈਂ ਇੰਨੀ ਮਿਹਨਤ ਕੀਤੀ, ਇੰਨੀ ਮਿਹਨਤ ਕੀਤੀ, ਕਾਮਯਾਬੀ ਨਹੀਂ ਮਿਲੀ, ਨਿਰਾਸ਼ ਹੋ ਜਾਂਦੇ ਹਾਂ। ਸਭ ਕਹਿੰਦੇ ਅੰਦਰੋਂ ਵੀ ਤੂੰ ਨਿਰਾਸ਼ ਹੋ ਕਿ ਮੈਂ ਇੰਨੇ ਕਰਮ ਕਰ ਰਿਹਾ ਹਾਂ, ਜਿਵੇਂ ਮੈਨੂੰ ਕੋਈ ਕਹੀ ਜਾਂਦਾ ਕਰੀ ਜਾਂਦਾ, ਪਰ ਕਾਮਯਾਬ ਤੇ ਹੋ ਨਹੀਂ ਰਿਹਾ, ਸਫਲਤਾ ਤੇ ਮਿਲ ਨਹੀਂ ਰਹੀ। ਸਭ ਕਹਿੰਦੇ ਉਹ ਇੱਕੋ ਹੀ ਤਰੀਕੇ ਨਾਲ ਮਿਲਣੀ ਹੈ, ਉਹ ਮਿਲਣੀ ਹੈ ਮਾਲਕ ਦੀ ਰਜ਼ਾ ਵਿੱਚ ਰਾਜ਼ੀ ਰਹਿ ਕੇ, ਉਹਦੇ ਹੁਕਮ ਦੇ ਵਿੱਚ ਚੱਲ ਕੇ। ਮਨ ਰੇ, ਹੇ ਮਨ, ਖਸਮ ਪਰਮੇਸ਼ਵਰ ਵਾਹਿਗੁਰੂ ਜੀ ਦੀ ਜਿਹੜੀ ਰਜ਼ਾ ਹੈ ਉਹ ਸੱਚੀ ਹੈ, ਤੂੰ ਉਸ ਰਜ਼ਾ ਵਿੱਚ ਰਾਜ਼ੀ ਰਹਿ। ਜਿਨ ਤਨ ਮਨ ਸਾਜ ਸ਼ਿੰਗਾਰਿਆ, ਤਿਸ ਸੇ ਤੀਨ ਲਿਵ ਲਾਏ। ਜਿਨੇ ਇਹ ਤਨ ਔਰ ਮਨ ਨੂੰ ਸਾਜ ਕੇ ਸ਼ਿੰਗਾਰਿਆ ਹੈ, ਤੂੰ ਉਹਦੇ ਨਾਲ ਆਪਣੀ ਸੁਰਤ ਜੋੜ। ਤੂੰ ਸੁਰਤ ਬਾਹਰ ਜੋੜੀ ਬੈਠਾ, ਵੱਖ ਵੱਖ ਕਰਮ ਜਿਹੜੇ ਕਰ ਰਹੇ ਆ ਤੂੰ ਸਰੀਰ ਕਰਕੇ, ਇਹ ਨਿਫਲ ਹੋ ਜਾਣਗੇ, ਇਹਦੇ ਵਿੱਚ ਤੈਨੂੰ ਫਲ ਨਹੀਂ ਮਿਲਣਾ। ਜਿਹਨੇ ਤੈਨੂੰ ਸਾਜਿਆ ਸਿਵਾਰਿਆ ਸ਼ਿੰਗਾਰਿਆ ਹੈ, ਤੂੰ ਉਹਦੇ ਨਾਲ ਆਪਣੀ ਲਿਵ ਲਾ। ਹੁਣ ਭਰਮ ਦੇ ਵਿੱਚ ਭੁਲੇਖੇ ਪੈ ਗਏ, ਭੁਲੇਖੇ ਵਿੱਚ ਅਸੀਂ ਜੁੜਨਾ ਕਿਹਦੇ ਨਾਲ, ਅਸੀਂ ਜੁੜ ਕਿਹਦੇ ਨਾਲ ਗਏ, ਭੁਲੇਖੇ ਵਿੱਚ ਹੀ ਹੈ ਨਾ। ਬੰਦਾ ਕਹਿੰਦਾ ਮੈਨੂੰ ਭੁਲੇਖਾ ਪੈ ਗਿਆ
ਮੈਂ ਸੋਚਿਆ ਵੀ ਜਿਹਨੂੰ ਮੈਂ ਮਿਲਣਾ ਚਾਹੁੰਦਾ ਸੀ ਤੂੰ ਉਹ ਹੈ, ਪਰ ਭੁਲੇਖਾ ਪੈ ਗਿਆ। ਸਭ ਕਹਿੰਦੇ ਇਸੇ ਤਰ੍ਹਾਂ ਭੁਲੇਖਾ ਅੰਦਰ ਵੀ ਹੈ। ਅਸੀਂ ਜੁੜਨਾ ਸੰਸਾਰ ਨਾਲ ਨਹੀਂ, ਨਿਰੰਕਾਰ ਨਾਲ ਸੀ, ਪਰ ਦੁਬਦਾ ਨੇ ਭੁਲੇਖਾ ਪਾ ਦਿੱਤਾ। ਸਭ ਕਹਿੰਦੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਪਰ ਭੁਲੇਖੇ ਵਿੱਚ ਅਸੀਂ ਮੜੇ ਮਸਾਣ ਵਿੱਚ ਹੀ ਤੁਰੇ ਫਿਰਦੇ ਹਾਂ। ਇਸ ਲਈ ਸਭ ਕਹਿੰਦੇ ਇਹ ਮਨ ਵਿੱਚੋਂ ਭਰਮ ਕੱਢ, ਤੇ ਜਿਹਨੇ ਤੈਨੂੰ ਸਾਜਿਆ ਸਵਾਰਿਆ ਸ਼ਿੰਗਾਰਿਆ ਹੈ ਤੂੰ ਉਹਨੂੰ ਚੇਤੇ ਕਰ। ਰਾਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਹਨੇ ਤੈਨੂੰ ਸਾਜਿਆ ਸਵਾਰਿਆ ਸ਼ਿੰਗਾਰਿਆ ਹੈ, ਤਿਸ ਸੇਤੀ ਲਿਵ ਲਾਏ। ਤੂੰ ਉਹਦੇ ਨਾਲ ਆਪਣੀ ਲਿਵ ਲਾ, ਉਹਦੇ ਨਾਲ ਆਪਣੀ ਸੁਰਤ ਜੋੜ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿ, ਉਹਦੇ ਹੁਕਮ ਦੇ ਅਨੁਸਾਰ ਚੱਲ। ਇਸ ਲਈ ਮਨ ਮਾਲਕ ਦਾ ਹੁਕਮ ਜਿਹੜਾ ਹੈ ਉਹ ਤੇਰੇ ਵਾਸਤੇ ਸੱਚਾ ਹੈ। ਹੁਣ ਹੁਕਮ ਕੀ ਹੈ? ਜੋ ਗੁਰਬਾਣੀ ਵਿੱਚੋਂ ਸਾਨੂੰ ਮਿਲਦਾ ਇਹ ਉਹਦਾ ਹੁਕਮ ਹੀ ਹੈ। ਜੋ ਅਸੀਂ ਰੋਜ਼ ਸੁਣਦੇ ਹਾਂ ਉਹ ਹੁਕਮ ਹੀ ਹੈ, ਉਹ ਮਾਲਕ ਦਾ ਹੀ ਹੁਕਮ ਹੈ। ਇਹ ਸੱਚਾ ਹੈ ਹੁਕਮ। ਇਹ ਹੁਕਮ ਅਨੁਸਾਰ ਸਾਨੂੰ ਜ਼ਿੰਦਗੀ ਜਿਉਣੀ ਚਾਹੀਦੀ ਹੈ। ਹੁਕਮ ਅਨੁਸਾਰ ਆਪਣਾ ਜੀਵਨ ਜਿਹੜਾ ਉਹ ਸਾਨੂੰ ਜਿਉਣਾ ਪਏਗਾ, ਤਾਂ ਜਾ ਕੇ ਕਾਮਯਾਬੀ ਮਿਲਣੀ ਹੈ। ਇਸ ਲਈ ਮਨ ਤੂੰ ਉਹਦੇ ਨਾਲ ਸੁਰਤ ਜੋੜ, ਜਿਹਨੇ ਸਾਜਿਆ ਸਵਾਰਿਆ ਔਰ ਸ਼ਿੰਗਾਰਿਆ ਹੈ। ਰਾਮ ਨਾਮ ਮਨ ਬੇਦਿਆ, ਅਵਰ ਕੇ ਕਰੀ ਵਿਚਾਰ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋ ਸੁਖ ਸਾਰ। ਜਿਉ ਭਾਵੈ ਤਿਉ ਰਾਖ ਤੂੰ, ਮੈਂ ਹਰ ਨਾਮ ਆਧਾਰ। ਰਾਮ ਨਾਮ ਮਨ ਬੇਦਿਆ। ਰਾਮ ਪਰਮੇਸ਼ਵਰ, ਨਾਮ ਦੇ ਵਿੱਚ, ਪਰਮੇਸ਼ਵਰ ਦੇ ਨਾਮ ਵਿੱਚ ਜਿਹਦਾ ਮਨ ਵਿੰਨਿਆ ਗਿਆ, ਜੁੜ ਗਿਆ, ਪਰਮੇਸ਼ਵਰ ਦੇ ਨਾਮ ਵਿੱਚ ਜਿਹਦਾ ਮਨ ਲੀਨ ਹੋ ਗਿਆ, ਜਿਹਦੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸ ਗਿਆ। ਅਵਰ ਕਹਿ ਕਰੀ ਵਿਚਾਰ। ਉਹ ਹੋਰ ਕੀ ਵਿਚਾਰ ਕਰੇਗਾ? ਕਿਹਦੀ ਵਿਚਾਰ ਕਰੇਗਾ? ਉਹਦਾ ਧਿਆਨ ਹੋਰ ਕਿਸ ਪਾਸੇ ਜਾਏਗਾ? ਕਹਿੰਦੇ ਕਿਸੇ ਪਾਸੇ ਨਹੀਂ ਜਾਏਗਾ। ਜਿੰਨਾ ਚਿਰ ਸਾਡੇ ਮਨ ਦੇ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ ਨਾ ਵਸਦਾ, ਉਨਾ ਚਿਰ ਤੇ ਮਨ ਹੋਰ ਪਾਸੇ ਤੁਰਿਆ ਰਹੇਗਾ। ਕਦੇ ਇਹ ਜੋਤਸ਼ੀਆਂ ਮਗਰ ਤੁਰਿਆ ਰਹੇਗਾ, ਕਦੇ ਇਹ ਦੇਹਧਾਰੀਆਂ ਮਗਰ ਤੁਰਿਆ ਰਹੇਗਾ, ਕਦੇ ਇਹ ਮੜੀਆਂ ਮਸਾਣਾ ਮਗਰ ਤੁਰਿਆ ਰਹੇਗਾ। ਇਹ ਵੱਖ-ਵੱਖ ਥਾਵਾਂ ਦੇ ਉੱਤੇ ਤੁਰਿਆ ਰਹੇਗਾ। ਪਰ ਜਿਹਨੇ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲਿਆ, ਉਹ ਕਿਸੇ ਹੋਰ ਰਾਹ ਨਹੀਂ ਤੁਰਦਾ। ਉਹਦਾ ਧਿਆਨ ਫਿਰ ਹੋਰ ਪਾਸੇ ਜਾਂਦਾ ਹੀ ਨਹੀਂ ਹੈ। ਹੋਰ ਪਾਸੇ ਖਿਆਲ ਜਾਂਦਾ ਹੀ ਨਹੀਂ ਹੈ ਕਿ ਜੇ ਮੈਂ ਫਲਾਣੇ ਕੋਲ ਜਾਵਾਂ ਤੇ ਸੁੱਖ ਮਿਲ ਜਾਏ। ਜਦੋਂ ਕੋਈ ਇਨਸਾਨ ਬਹੁਤ ਜ਼ਿਆਦਾ ਦੁਖੀ ਹੁੰਦਾ ਨਾ, ਪਰੇਸ਼ਾਨ ਹੋਵੇ, ਦੁਖੀ ਹੋਵੇ, ਪਰੇਸ਼ਾਨੀਆਂ ਬਹੁਤ ਹੋਣ, ਤੇ ਫਿਰ ਬੜੇ ਜਿਹੜੇ ਨੇ ਉਹ ਆਉਂਦੇ ਨੇ ਮਿਲਣ ਵਾਸਤੇ, ਤੇ ਆਪਣਾ ਹੱਲ ਦੱਸ ਕੇ ਚਲੇ ਜਾਂਦੇ ਨੇ, ਆਪਣਾ ਰਸਤਾ ਦੱਸ ਕੇ ਚਲੇ ਜਾਂਦੇ ਆ ਵੀ ਫਲਾਣੇ ਸ਼ਹਿਰ ਵਿੱਚ ਬੜਾ ਸਿਆਣਾ ਹੈ, ਉਹਦੇ ਕੋਲ ਤੂੰ ਜਾ ਕੇ ਆ, ਤੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਦੂਸਰਾ ਆਇਆ, ਉਹਨੇ ਆਖਿਆ ਫਲਾਣੇ ਪਿੰਡ ਵਿੱਚ ਇੱਕ ਸਿਆਣਾ ਬੈਠਾ ਹੈ, ਤੂੰ ਉਹਦੇ ਕੋਲ ਜਾ ਕੇ ਆ, ਤੇਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਤੀਸਰਾ ਆਇਆ, ਕਹਿਣ ਲੱਗੇ ਉਹ ਤੂੰ ਫਲਾਣੇ ਜੋਤਸ਼ੀ ਕੋਲ ਜਾ, ਤੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣ। ਚੌਥਾ ਆਇਆ, ਚੌਥੇ ਰਾਹ ਪਾ ਗਿਆ। ਪੰਜਵਾਂ ਆਇਆ, ਪੰਜਵੇਂ ਰਾਹ ਪਾ ਗਿਆ। ਪਰ ਕੋਈ ਵਿਰਲਾ ਸੀ ਜਿਹੜਾ ਆਇਆ ਤੇ ਆ ਕੇ ਕਹਿੰਦਾ ਤੇਰੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ, ਤੂੰ ਪਰਮੇਸ਼ਵਰ ਨੂੰ ਚੇਤੇ ਕਰ, ਤੂੰ ਰੱਬ ਨੂੰ ਚੇਤੇ ਕਰ, ਜਿਹਦੇ ਹੱਥ ਵਿੱਚ ਤੇਰੀ ਜ਼ਿੰਦਗੀ ਦੀ ਡੋਰ ਹੈ।
ਜਿਨੇ ਤੇਰੇ ਜੀਵਨ ਦੀਆਂ ਰੇਖਾਵਾਂ ਬਣਾਈਆਂ, ਲੇਖ ਲਿਖਣ ਵਾਲਾ ਤੇਰੇ ਜੀਵਨ ਦਾ ਜੋ ਪਰਮੇਸ਼ਵਰ ਹੈ, ਕਿਉਂਕਿ ਉਹ ਚਾਹੇਗਾ ਬਣਾਉਣਾ ਵੀ ਉਹਨੇ ਹੈ ਤੇ ਮਿਟਾਉਣਾ ਵੀ ਉਹਨੇ ਹੈ। ਇਹ ਤੇ ਸਰਕਾਰ ਦੇ ਹੱਥ ਹੈ ਨਾ, ਮੋਹਰ ਉਹਨੇ ਹੀ ਲਾਉਣੀ ਹੈ, ਉਹਨੇ ਹੀ ਹਟਾਉਣੀ ਹੈ। ਇਹ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਬਾਣੀ ਸੰਪੂਰਨ ਹੁੰਦੀ ਹੈ ਨਾ, ਤੇ ਸੰਪੂਰਨ ਬਾਣੀ ਦੇ ਇੱਕ ਮੋਹਰ ਲਾ ਦਿੱਤੀ ਸੀ ਮੁੰਦਾਵਣੀ। ਮੁੰਦਾਵਣੀ ਦਾ ਅਰਥ ਹੁੰਦਾ ਮੋਹਰ। ਉਹ ਮੋਹਰ ਗੁਰੂ ਸਾਹਿਬ ਹੀ ਲਾ ਸਕਦੇ ਆ, ਗੁਰੂ ਸਾਹਿਬ ਹੀ ਹਟਾ ਸਕਦੇ ਆ। ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰਦੇ ਆ ਤੇ ਉਹ ਮੁੰਦਾਵਣੀ ਤੋਂ ਪਹਿਲਾਂ ਦਰਜ ਕਰਦੇ ਨੇ, ਮੁੰਦਾਵਣੀ ਤੋਂ ਬਾਅਦ ਨਹੀਂ। ਕਿਉਂਕਿ ਉਹ ਮੋਹਰ ਹੈ, ਉਹ ਮੋਹਰ ਗੁਰੂ ਸਾਹਿਬ ਨੇ ਲਾਈ ਹੈ, ਤੇ ਉਸ ਮੋਹਰ ਨੂੰ ਹਟਾ ਕੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਵਿੱਚ ਦਰਜ ਕਰਕੇ ਸੁਭਾਈਮਾਨ ਕਰਕੇ ਫਿਰ ਉਸੇ ਨੂੰ ਮੋਹਰ ਲਾ ਦਿੱਤਾ। ਕਿਸੇ ਹੋਰ ਦੂਜੇ ਨੂੰ ਇਹ ਹੱਕ ਨਹੀਂ ਕਿ ਉਹ ਇਸ ਮੋਹਰ ਨੂੰ ਹਟਾ ਕੇ ਆਪਣੀ ਬਾਣੀ ਵਿੱਚ ਦਰਜ ਕਰ ਸਕੇ, ਆਪਣੇ ਬੋਲ ਵਿੱਚ ਦਰਜ ਨਹੀਂ। ਤੇ ਅੱਜ ਸਮਾਜ ਵਿੱਚ ਬੜੇ ਬੈਠੇ ਆ, ਕੋਸ਼ਿਸ਼ਾਂ ਕਰ ਰਹੇ ਨੇ ਕਿ ਅਸੀਂ ਗੁਰਬਾਣੀ ਵਿੱਚ ਆਪਣਾ ਰਲਾ ਕਰ ਸਕੀਏ, ਪਰ ਨਹੀਂ ਹੋ ਸਕੇਗਾ, ਕਿਉਂਕਿ ਇਹ ਹੱਕ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਸਰਕਾਰੀ ਮੋਹਰ ਦਾ ਹੱਕ ਸਰਕਾਰ ਨੂੰ ਹੁੰਦਾ ਹੈ, ਤੇ ਜਿਹੜੇ ਲੇਖ ਸਾਡੇ ਲਿਖੇ ਨੇ ਉਹ ਮਿਟਾਉਣੇ ਵੀ ਉਹਨੇ ਨੇ, ਲਿਖਣੇ ਵੀ ਉਹਨੇ ਨੇ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਤੇ ਜਿਹਨੇ ਲਿਖਿਆ ਉਹਦੇ ਅੱਗੇ ਹੱਥ ਜੋੜੋ, ਜਿਹਨੇ ਲਿਖਿਆ ਹੀ ਕੋਈ ਨਹੀਂ, ਜਿਹਦੇ ਸਾਡੇ ਲੇਖ ਦਾ ਪਤਾ ਹੀ ਕੋਈ ਨਹੀਂ, ਉਹਦੇ ਅੱਗੇ ਹੱਥ ਜੋੜ ਜੋੜ ਕੇ ਅਸੀਂ ਉਹਦੇ ਅੱਗੇ ਮਿੰਨਤਾਂ ਕਰੀ ਜਾਂਦੇ ਹਾਂ, ਉਹਦੇ ਅੱਗੇ ਅਸੀਂ ਨੱਕ ਰਗੜਨ ਨੂੰ ਵੀ ਤਿਆਰ ਹੋ ਜਾਂਦੇ ਹਾਂ। ਮਹਾਰਾਜ ਕਹਿੰਦੇ ਨਹੀਂ, ਮਨ ਤੂੰ ਐਵੇਂ ਭਰਮ ਵਿੱਚ ਪੈ ਕੇ ਭਟਕ ਨਾ, ਤੂੰ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰ। RAM ਨਾਮ ਮਨ ਬੇਧਿਆ। ਫਿਰ ਜਿਨ੍ਹਾਂ ਦਾ ਮਨ ਪਰਮੇਸ਼ਵਰ ਦੇ ਨਾਮ ਵਿੱਚ ਵਿੰਨਿਆ ਗਿਆ, ਅਵਰ ਕਹਿ ਕਰੀ ਵਿਚਾਰ, ਉਹ ਕਿਸੇ ਹੋਰ ਦੀ ਵਿਚਾਰ ਕਰਦੇ ਹੀ ਨਹੀਂ, ਉਹ ਕਿਸੇ ਹੋਰ ਪਾਸੇ ਉਹਨਾਂ ਦਾ ਖਿਆਲ ਜਾਂਦਾ ਹੀ ਨਹੀਂ, ਧਿਆਨ ਹੋਰ ਪਾਸੇ ਉਹਨਾਂ ਦਾ ਜਾਂਦਾ ਹੀ ਨਹੀਂ ਹੈ। ਉਹ ਕਹਿੰਦੇ ਜੇ ਦੁੱਖ ਦੇ ਤਾਂ ਤੁਝੇ ਅਰਾਧੀ ਸੁਖ ਵੀ, ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ। ਜੇ ਸੁੱਖ ਦਿਓਗੇ ਤਾਂ ਵੀ ਤੁਹਾਨੂੰ ਧਿਆਉਣਾ ਹੈ, ਜੇ ਦੁੱਖ ਦਿਓਗੇ ਤਾਂ ਵੀ ਤੁਹਾਨੂੰ ਧਿਆਉਣਾ ਹੈ। ਕਿਸੇ ਹੋਰ ਪਾਸੇ ਧਿਆਨ ਜਾਂਦਾ ਹੀ ਨਹੀਂ ਹੈ। ਜੇ ਸੁੱਖ ਦੇ ਤਾਂ ਤੁਝੇ, ਹੇ ਵਾਹਿਗੁਰੂ ਜੀ ਸੁੱਖ ਵਿੱਚ ਵੀ ਤੈਨੂੰ ਧਿਆਉਣਾ। ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਤੁਝ ਹੀ ਦਾ ਮਤਲਬ ਤੇਰੇ ਤੋਂ ਇਲਾਵਾ ਹੈ ਹੀ ਕੋਈ ਨਹੀਂ ਦੂਜਾ। ਅਵਰ ਕਹਿ ਕਰੀ ਵਿਚਾਰ, ਉਹ ਕੋਈ ਹੋਰ ਵਿਚਾਰ ਨਹੀਂ ਕਰਦੇ। ਸ਼ਬਦ ਸੁਰਤ ਸੁਖ ਉਪਜੈ, ਉਹਨਾਂ ਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਇਹੀ ਸਾਨੂੰ ਸਮਝਾਇਆ ਗਿਆ ਕਿ ਸ਼ਬਦ ਨਾਲ ਸੁਰਤ ਜੋੜੋ ਆਪਣੀ, ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ। ਇੱਥੇ ਕਹਿੰਦੇ ਸ਼ਬਦ ਸੁਰਤ ਸੁਖ ਉਪਜੈ। ਜਦੋਂ ਤੁਹਾਡੀ ਸੁਰਤੀ ਸ਼ਬਦ ਵਿੱਚ ਲੱਗ ਜਾਏਗੀ, ਜਦੋਂ ਤੁਹਾਡਾ ਧਿਆਨ ਸ਼ਬਦ ਵਿੱਚ ਲੱਗ ਜਾਏਗਾ, ਉਦੋਂ ਤੁਹਾਡੇ ਅੰਦਰ ਸੁਖ ਉਪਜੇਗਾ, ਉਦੋਂ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਏਗੀ। ਕਿਉਂਕਿ ਸ਼ਬਦ ਸਾਨੂੰ ਦੁੱਖ ਨਹੀਂ ਦਿੰਦਾ, ਸ਼ਬਦ ਸਾਡੇ ਦੁੱਖ ਨੂੰ ਕੱਟਦਾ ਹੈ। ਪਿਛਲੇ ਦਿਨੇ ਵੀ ਬੇਨਤੀ ਕੀਤੀ, ਕਈ ਕਹਿੰਦੇ ਅਸੀਂ ਬਾਣੀ ਬਹੁਤ ਪੜ੍ਹਦੇ ਹਾਂ ਪਰ ਦੁੱਖ ਵੀ ਬਹੁਤ ਆਉਂਦਾ ਹੈ। ਪਰ ਸਾਹਿਬ ਤਾਂ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਇਹ ਤਾਂ ਦੁੱਖ ਤੇ ਰੋਗ ਭੰਨਣ ਵਾਸਤੇ ਹੈ। ਅਸੀਂ ਕਹਿੰਦੇ ਹਾਂ ਵੀ ਬਾਣੀ ਬਹੁਤ ਪੜ੍ਹਦੇ ਹਾਂ, ਦੁੱਖ ਬਹੁਤ ਆਉਂਦਾ ਹੈ। ਅਸਲ ਵਿੱਚ ਆਉਂਦਾ ਨਹੀਂ, ਬਾਣੀ ਪੜ੍ਹਨ ਦੇ ਨਾਲ ਦੁੱਖ ਜਾਂਦਾ ਹੈ ਸਾਡੇ ਅੰਦਰੋਂ। ਤੇ ਸੋਚ ਕੇ ਵੇਖੋ, ਜੇ ਬਾਣੀ ਆਪਾਂ ਨਾ ਪੜ੍ਹਦੇ ਹੋਈਏ ਤੇ ਫਿਰ ਕਿੰਨਾ ਦੁੱਖ ਸਾਨੂੰ ਸਹਿਣਾ ਪਏਗਾ। ਹੁਣ ਤੇ ਉਹ ਨਿਕਲਣਾ ਸ਼ੁਰੂ ਹੋਇਆ, ਦਵਾਈ ਖਾਧੀ ਸੀ, ਰੋਗ ਨਿਕਲਣਾ ਸ਼ੁਰੂ ਹੋ ਗਿਆ। ਜਿਵੇਂ ਪੱਸ ਭਰੀ ਹੋਵੇ ਨਾ, ਤੇ ਜਦੋਂ ਅਸੀਂ ਉਹ ਕਈ ਵਾਰ ਇਹ ਜ਼ਿਕਰ ਕੀਤਾ ਹੈ ਕਿ ਕਈ ਵਾਰ ਪੱਸ ਭਰ ਜਾਂਦੀ ਹੈ, ਉਹਦਾ ਮੂੰਹ ਨਹੀਂ ਬਣਦਾ। ਉਹ ਪੱਸ ਜਦੋਂ ਭਰ ਜਾਂਦੀ ਹੈ, ਉਹਦਾ ਮੂੰਹ ਨਹੀਂ ਬਣਦਾ,
ਫਿਰ ਅਸੀਂ ਕੋਈ ਮੈਡੀਸਨ ਕੋਈ ਦਵਾਈ ਲੈਂਦੇ ਹਾਂ ਤਾਂ ਕਿ ਉਹ ਮੂੰਹ ਬਣ ਜਾਏ, ਤੇ ਜਦੋਂ ਉਹਦਾ ਮੂੰਹ ਬਣਦਾ ਪਸ ਨਿਕਲ ਜਾਂਦੀ ਹੈ। ਜਦੋਂ ਉਹ ਪਸ ਨਿਕਲ ਜਾਏ ਤੇ ਆਰਾਮ ਆ ਜਾਂਦਾ ਹੈ। ਬਸ ਅੰਦਰ ਇਹ ਦੁੱਖ ਭਰੇ ਪਏ ਹੈ, ਜਦੋਂ ਬਾਣੀ ਪੜ੍ਹੋਗੇ ਇਹ ਦੁੱਖ ਅੰਦਰੋਂ ਨਿਕਲੇਗਾ। ਤੇ ਜੇ ਅਸੀਂ ਬਾਣੀ ਪੜ੍ਹਨੀ ਛੱਡ ਦਿਆਂਗੇ ਫਿਰ ਕਿੱਥੋਂ ਨਿਕਲਣੇ ਆ। ਇਸ ਲਈ ਬਾਣੀ ਪੜ੍ਹਦੇ ਰਹੀਏ, ਦੁੱਖ ਨਿਕਲਦੇ, ਕਦੇ ਤਾਂ ਭਾਂਡਾ ਖਾਲੀ ਹੋਏਗਾ। ਪਰਮੇਸ਼ਰ ਨੇ ਆਹ ਜਿਹੜਾ ਨਾਮ ਸਾਨੂੰ ਗੁਰੂ ਰਾਹੀਂ ਬਾਣੀ ਰਾਹੀਂ ਦਿੱਤਾ ਹੈ, ਇਹ ਕੀ ਹੈ? ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਇਹ ਸੁੱਖ ਦੇਣ ਵਾਲੀ ਬਾਣੀ ਹੈ, ਇਹ ਦੁੱਖ ਦੇਣ ਵਾਲੀ ਬਾਣੀ ਨਹੀਂ। ਇਸ ਲਈ ਸੁਰਤੀ ਨੂੰ ਜੋੜ ਕੇ ਵੇਖਾਂਗੇ ਤਾਂ ਸੁੱਖ ਉਪਜਣਾ। ਹੁਣ ਸੁਰਤ ਸਾਡੀ ਲੱਗਦੀ ਕੋਈ ਨਹੀਂ, ਤੇ ਅਸੀਂ ਕਹਿੰਦੇ ਆ ਬਾਣੀ ਚੋਂ ਸੁੱਖ ਨਹੀਂ ਮਿਲਦਾ। ਮਿਲੇਗਾ, ਪਰ ਗੱਲ ਸਾਹਿਬ ਕਹਿੰਦੇ ਸੁਰਤ ਜੋੜਨੀ ਪੈਣੀ ਹੈ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋ ਸੁਖ ਸਾਰ। ਸਾਰ ਦੇ ਰਾਰੇ ਨੂੰ ਔਂਕੜ ਲੱਗੀ ਹੈ, ਸ੍ਰੇਸ਼ਟ ਉੱਤਮ। ਮਹਾਰਾਜ ਕਹਿੰਦੇ ਆਮ ਦਰਮਿਆਨਾ ਸੁੱਖ ਨਹੀਂ, ਉੱਤਮ ਸੁੱਖ ਦੀ ਪ੍ਰਾਪਤੀ ਹੋਏਗੀ। ਸ੍ਰੇਸ਼ਟ ਸੁੱਖ ਤੁਹਾਨੂੰ ਪ੍ਰਾਪਤ ਹੋਏਗਾ ਜਦੋਂ ਸੁਰਤ ਸ਼ਬਦ ਨਾਲ ਜੋੜ ਕੇ ਪ੍ਰਭ ਰਾਤੋ ਤੁਸੀਂ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰਤੇ ਜਾਓਗੇ। ਜਦੋਂ ਤੁਹਾਡੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗ ਜਾਏਗਾ, ਉਦੋਂ ਤੁਹਾਨੂੰ ਸੁੱਖ ਸਾਰ ਸ੍ਰੇਸ਼ਟ ਉੱਤਮ ਸੁੱਖ ਦੀ ਪ੍ਰਾਪਤੀ ਹੋਏਗੀ। ਤੇ ਜਿਹਨੂੰ ਫਿਰ ਇਹ ਸੁੱਖ ਮਿਲਿਆ, ਜਿਹਨੇ ਸੁਰਤ ਨੂੰ ਸ਼ਬਦ ਨਾਲ ਜੋੜਿਆ, ਜਿਉਂ ਭਾਵੈ ਤਿਉਂ ਰਾਖ ਤੂੰ, ਮੈਂ ਹਰ ਨਾਮ ਆਧਾਰ। ਹੇ ਵਾਹਿਗੁਰੂ ਜੀ, ਮੈਨੂੰ ਹੁਣ ਸਿਰਫ ਤੇਰੇ ਨਾਮ ਦਾ ਆਸਰਾ ਹੈ। ਜਿਵੇਂ ਤੁਹਾਨੂੰ ਭਾਉਂਦਾ ਹੈ ਤਿਵੇਂ ਤੁਸੀਂ ਮੈਨੂੰ ਰੱਖ ਲਓ। ਇਸੇ ਲਈ ਰਹਾਉ ਦੀ ਪੰਕਤੀ ਵਿੱਚ ਕਿਹਾ ਸੀ, ਮਨ ਰੇ ਸਾਚੀ ਖਸਮ ਰਜਾਈ। ਤੂੰ ਉਸ ਮਾਲਕ ਦੇ ਖਸਮ ਦੇ ਰਜ਼ਾ ਵਿੱਚ ਰਾਜ਼ੀ ਰਿਹਾ ਕਰ, ਉਹ ਸੱਚਾ ਹੈ, ਉਹਦਾ ਹੁਕਮ। ਹੁਣ ਇੱਥੇ ਆ ਕੇ ਜਦੋਂ ਸੁਰਤ ਜੁੜ ਗਈ, ਜਦੋਂ ਅੰਦਰ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗ ਗਿਆ, ਹੁਣ ਇਹ ਮਨ ਕਿਤੇ ਹੋਰ ਨਹੀਂ ਭਟਕਦਾ। ਹੁਣ ਹੋਰ ਖਿਆਲ ਨਹੀਂ ਆਉਂਦੇ, ਧਿਆਨ ਹੋਰ ਪਾਸੇ ਨਹੀਂ ਜਾਂਦਾ। ਹੁਣ ਬਸ ਅਰਦਾਸ ਹੁੰਦੀ ਹੈ ਕਿ ਜਿਉਂ ਭਾਵੈ ਤਿਉਂ ਰਾਖ। ਜਿਵੇਂ ਮੇਰੇ ਮਾਲਕ ਜੀ ਤੁਹਾਨੂੰ ਭਾਉਂਦਾ ਹੈ ਤਿਵੇਂ ਤੁਸੀਂ ਮੈਨੂੰ ਰੱਖ ਲਓ। ਮੈਂ ਉਵੇਂ ਹੀ ਰਹਿਣ ਵਾਸਤੇ ਤਿਆਰ ਹਾਂ, ਕਿਉਂਕਿ ਮੈਨੂੰ ਕੇਵਲ ਤੇਰੇ ਨਾਮ ਦਾ ਆਸਰਾ ਹੈ। ਅਸੀਂ ਇਹਨਾਂ ਪਿਛਲੇ ਦਿਨਾਂ ਦੇ ਵਿੱਚ, ਪੋਹ ਦੇ ਦਿਨਾਂ ਵਿੱਚ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੁੱਚੇ ਪਰਿਵਾਰ ਨੂੰ ਚੇਤੇ ਕੀਤਾ, ਅਨੰਤ ਸਿੰਘਾਂ ਤੇ ਸਿੰਘਣੀਆਂ ਨੂੰ ਚੇਤੇ ਕੀਤਾ। ਉਹ ਕੌਣ ਨੇ? ਜਿਨ੍ਹਾਂ ਨੇ ਆਖਿਆ ਸੀ ਜਿਉਂ ਭਾਵੈ ਤਿਉਂ ਰਾਖ। ਜਿਵੇਂ ਮਾਲਕ ਚੰਗਾ ਲੱਗਦਾ ਤਿਵੇਂ ਰੱਖ ਲੈ। ਜੇ ਭੁੱਖਾ ਵੀ ਰਹਿਣਾ ਪਏ ਤੁਹਾਡੇ ਨਾਲ ਤੇ ਅਸੀਂ ਉਵੇਂ ਵੀ ਰਹਿ ਲਵਾਂਗੇ। ਜੇ ਸਾਨੂੰ ਸਰਦੀ ਦੇ ਵਿੱਚ ਵੀ ਬਿਨਾਂ ਕਿਸੇ ਗਰਮ ਵਸਤਰ ਤੋਂ ਵੀ ਰਹਿਣਾ ਪਵੇ, ਅਸੀਂ ਉਵੇਂ ਵੀ ਰਹਿ ਲਵਾਂਗੇ। ਪਰ ਇੱਕ ਵਾਰੀ ਨਹੀਂ ਕਵਾਂਗੇ, ਕੋਈ ਉਲਾਂਭਾ ਨਹੀਂ ਦੇਵਾਂਗੇ। ਜਦੋਂ ਇਸ ਅਵਸਥਾ ਵਿੱਚ ਪਹੁੰਚਾਂਗੇ ਉੱਥੇ ਉਲਾਂਭਾ ਨਹੀਂ ਹੋਏਗਾ, ਉੱਥੇ ਕੋਈ ਰੋਸ ਨਹੀਂ ਹੋਏਗਾ। ਉੱਥੇ ਤੇ ਬਸ ਰਜ਼ਾ ਦੇ ਵਿੱਚ ਰਾਜ਼ੀ ਰਹਿ ਕੇ ਜਿਹੜੀਆਂ ਖੁਸ਼ੀਆਂ ਮਿਲਣੀਆਂ ਉਹਦਾ ਆਨੰਦ ਹੀ ਵੱਖਰਾ ਹੋਏਗਾ। ਜਿਹੜੇ ਚਮਕੌਰ ਦੀ ਉਸ ਕੱਚੀ ਹਵੇਲੀ ਵਿੱਚ ਅੰਦਰ ਰਾਤ ਗੁਰੂ ਕੇ ਪਿਆਰੇ ਠੰਡ ਵਿੱਚ ਸੁੱਤੇ ਪਏ ਨੇ, ਉਹ ਆਨੰਦ ਵਿੱਚ ਹੀ ਨੇ। ਸਰੀਰ ਭਾਵੇਂ ਠੰਡ ਦੇ ਨਾਲ ਉਹਨਾਂ ਦਾ ਜਿਹੜਾ ਹੈ ਉਹ ਜਕੜਿਆ ਹੋਏਗਾ, ਪਰ ਅੰਦਰ ਦੀ ਖੇਡ ਤਾਂ ਆਨੰਦ ਵਾਲੀ ਹੈ ਉਹਨਾਂ ਦੀ। ਹੱਥਾਂ ਵਿੱਚ ਭਾਵੇਂ ਜ਼ਖਮ ਨੇ, ਪੈਰਾਂ ਦੇ ਵਿੱਚ ਵਹਿ ਰਹੇ ਲਹੂ ਭਾਵੇਂ ਠੰਡ ਨਾਲ ਜੰਮ ਗਿਆ, ਪਰ ਅੰਦਰ ਤਾਂ ਖੇਡ ਆਨੰਦ ਦੀ ਸੀ ਉਹਨਾਂ ਦੀ। ਕੁਛ ਵੀ ਖਾਣ ਵਾਸਤੇ ਉੱਥੇ ਕੁਝ ਨਾ ਮਿਲਿਆ। ਰਾਤ ਵੀ ਉਸੇ ਤਰ੍ਹਾਂ ਬਾਣੀ ਪੜ੍ਹ ਕੇ ਸੁੱਤੇ ਨੇ, ਤੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਨਾਲ ਹੀ ਜੋੜਿਆ, ਤੇ ਬਾਣੀ ਦਾ ਜਾਪ ਕਰਕੇ ਫਿਰ ਵੈਰੀਆਂ ਦੇ ਨਾਲ ਜੂਝਣ ਚਲੇ ਗਏ। ਇਹ ਥੋੜ੍ਹੀ ਆਖਿਆ ਵੀ ਸਤਿਗੁਰੂ ਕਿਵੇਂ ਇਹਨਾਂ ਨਾਲ ਲੜਾਂਗੇ, ਪੇਟ ਤਾਂ ਭੁੱਖਾ ਹੈ, ਪੇਟ ਤਾਂ ਖਾਲੀ ਹੈ, ਸਵੇਰ ਦਾ ਖਾਧਾ ਕੁਛ ਨਹੀਂ, ਰਾਤ ਦਾ ਖਾਧਾ ਕੁਛ ਨਹੀਂ, ਕੱਲ ਦਾ ਖਾਧਾ ਕੁਛ ਨਹੀਂ, ਪੇਟ ਭਰ ਕੇ ਕਿਵੇਂ ਲੜਾਂਗੇ? ਨਹੀਂ, ਉਹਨਾਂ ਆਖਿਆ ਸੀ ਮਾਲਕਾ ਤੇਰੇ ਨਾਲ ਸੱਚੀ ਪ੍ਰੀਤ ਪਾਈ ਹੈ, ਮਨ ਅੰਦਰ ਤੁਹਾਡੇ ਨਾਲ ਵਿੰਨਿਆ ਪਿਆ,
ਹੁਣ ਜਿਉਂ ਭਾਵੈ ਤਿਉਂ ਰਾਖ, ਜਿਵੇਂ ਤੈਨੂੰ ਭਾਉਂਦਾ ਰੱਖ, ਅਸੀਂ ਕੋਈ ਉਲਾਂਭਾ ਨਹੀਂ ਦੇਵਾਂਗੇ, ਅਸੀਂ ਕੋਈ ਰੋਸ ਨਹੀਂ ਕਰਾਂਗੇ। ਕਦੇ ਦਾਦੀ ਕੋਲ ਬੈਠੇ ਹੋਏ ਸਾਹਿਬਜ਼ਾਦਿਆਂ ਨੇ ਕੋਈ ਉਲਾਂਭਾ ਦਿੱਤਾ? ਆਖਿਆ ਦਾਦੀ ਮਾਂ ਚੰਗਾ ਅਸੀਂ ਤੇਰੀ ਉਂਗਲ ਪਕੜੀ ਹੈ, ਖਾਣ ਨੂੰ ਹੀ ਕੁਝ ਨਹੀਂ ਮਿਲਦਾ ਪਿਆ। ਕਦੀ ਆਖਿਆ ਸਾਹਿਬਜ਼ਾਦਿਆਂ ਨੇ ਕਿ ਦਾਦੀ ਮਾਂ ਚੰਗਾ ਤੇਰੇ ਨਾਲ ਅਸੀਂ ਤੁਰੇ ਹਾਂ, ਇਹਦੇ ਨਾਲ ਤੇ ਅੱਬਾ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ, ਆਪਣੇ ਪਿਤਾ ਨਾਲ ਹੀ ਚਲੇ ਜਾਂਦੇ? ਕਦੇ ਨਹੀਂ ਆਖਿਆ, ਇੱਕ ਲਫ਼ਜ਼ ਵੀ ਐਸਾ ਨਹੀਂ ਆਖਿਆ। ਬਸ ਇੱਕੋ ਗੱਲ ਕਹੀ ਸੀ, ਦਾਦੀ ਮਾਂ ਜਿਵੇਂ ਤੈਨੂੰ ਚੰਗਾ ਲੱਗਦਾ ਰੱਖ ਲੈ, ਅਸੀਂ ਉਵੇਂ ਹੀ ਤੇਰੇ ਨਾਲ ਰਵਾਂਗੇ, ਕੋਈ ਰੋਸ ਨਾ ਤੇਰੇ ਨਾਲ ਤੇ ਨਾ ਉਸ ਰੱਬ ਨਾਲ ਕਦੇ ਰੋਸ ਕਰਾਂਗੇ। ਕਦੇ ਨਹੀਂ ਕੀਤਾ। ਕਿੰਨੇ ਦਿਨ ਭੁੱਖਣ ਭਾਣੇ ਰਹੇ, ਕਿੰਨਾ ਦਿਨ ਪਿਆਸੇ ਵੀ ਜਿਹੜਾ ਉਹ ਰਹੇ ਨੇ, ਕੋਈ ਕਹਿੰਦੇ ਉਹ ਕੋਈ ਰੋਸ ਉਲਾਂਭਾ ਦਿੱਤਾ ਹੀ ਨਹੀਂ ਹੈ। ਬਸ ਸ਼ੁਕਰਾਨਾ ਹੀ ਅੰਦਰ ਨਿਕਲਿਆ ਸੀ ਕਿ ਮੇਰੇ ਮਾਲਕ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈਂ ਜਾਹੇ ਖੜੋਵਣਾ। ਜਿਵੇਂ ਰੱਖੇਗਾ ਖਲੋ ਜਾਵਾਂਗੇ। ਕਿ ਇਹ ਕੌਣ ਕਹੇਗਾ? ਸਭ ਕਹਿੰਦੇ ਨੇ RAM ਨਾਮ ਮਨ ਬੇਦਿਆ, ਜਿਹਦਾ ਮਨ ਪਰਮੇਸ਼ਵਰ ਦੇ ਨਾਮ ਵਿੱਚ ਵਿੰਨਿਆ ਗਿਆ ਹੈ, ਜਿਨੇ ਸ਼ਬਦ ਸੁਰਤ ਸੁਖ ਉਪਜੈ, ਜਿਨੇ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਅੰਦਰੋਂ ਆ ਸੁਖ ਪੈਦਾ ਕਰ ਲਿਆ, ਫਿਰ ਉਹ ਆਖੇਗਾ ਜਿਉਂ ਭਾਵੈ ਤਿਉਂ ਰਾਖ। ਇਹ ਮਾਲਕ ਜੀ ਜਿਵੇਂ ਤੁਹਾਨੂੰ ਭਾਉਂਦਾ ਤਿਵੇਂ ਰੱਖ ਲੈ, ਮੈਂ ਹਰ ਨਾਮ ਆਧਾਰ, ਮੈਨੂੰ ਕੇਵਲ ਤੇ ਕੇਵਲ ਤੇਰੇ ਨਾਮ ਦਾ ਆਸਰਾ ਹੈ, ਮੈਂ ਤੇਰੇ ਨਾਮ ਦਾ ਆਸਰਾ ਛੱਡ ਕੇ ਹੋਰ ਥਾਂ ਨਹੀਂ ਭਟਕਣਾ। ਫਿਰ ਬੇਨਤੀ ਸੁਣਿਓ, ਕਿਉਂਕਿ ਅਗਲੀ ਜਿਹੜੀ ਵਿਚਾਰ ਸਮਝਣੀ ਹੈ। ਹੁਣ ਕੋਈ ਇੰਨਾ ਪਰੇਸ਼ਾਨ ਹੋਵੇ, ਦੁਖੀ ਹੋਵੇ, ਤੇ ਆ ਕੇ ਬੰਦਾ ਕਹਿੰਦਾ ਕਿ ਤੂੰ ਫਲਾਣੇ ਥਾਂ ਤੇ ਜਾ ਕੇ ਆਹ ਚੀਜ਼ ਚੜਾ ਕੇ ਆ, ਫਲਾਣੀ ਥਾਂ ਤੇ ਜਾ ਕੇ ਆਹ ਦਾਨ ਕਰਕੇ ਆ, ਇੱਥੋਂ ਤੱਕ ਸਾਨੂੰ ਭਰਮ ਪਾ ਦਿੱਤਾ ਤੇ ਅਸੀਂ ਤੁਰੇ ਵੀ ਬੜੇ ਆ ਕਿ ਤੂੰ ਗੁਰੂ ਘਰ ਵਿੱਚ ਜੇ ਦੁਕਾਨ ਤੋਂ ਜਹਾਜ਼ ਖਰੀਦ ਕੇ ਲਿਆਏ ਨਾ, ਤੇ ਜੇ ਲਿਆ ਕੇ ਗੋਲਕ ਉੱਤੇ ਰੱਖ ਦੇ ਤੇ ਤੈਨੂੰ ਅਗਲੇ ਦਿਨ ਜਹਾਜ਼ੇ ਚਾੜ ਦੇਣਗੇ। ਉਹ ਜਹਾਜ਼ ਚੜਨ ਨੂੰ ਤੇ ਅਸੀਂ ਤਿਆਰ ਹੋ ਗਏ ਫਟਾਫਟ, ਉਹ ਤਿਆਰ ਹੋ ਗਏ। ਅਸੀਂ ਕਿਹਾ ਵੀ ਲਿਆਓ ਫਟਾਫਟ, 100 ਦਾ ਮਿਲੇ, 1000 ਦਾ ਮਿਲੇ, 5000 ਦਾ ਮਿਲੇ, ਲਿਆ ਕੇ ਰੱਖੋ ਗੁਰੂ ਦੀ ਗੋਲਕ ਤੇ ਅਗਲੇ ਦਿਨ ਚੜ ਜਾ। ਤੇ ਜਿਹੜਾ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਵਾਹਿਗੁਰੂ ਨਾਮ ਜਹਾਜ਼ ਹੈ, ਉਹਦੇ ਤੇ ਸਵਾਰ ਹੋ। ਉੱਥੇ ਨਹੀਂ ਸਵਾਰ ਹੋਣ ਨੂੰ ਚਿੱਤ ਕਰਦਾ। ਖੰਡੇ ਦੀ ਪੌਲ ਲੈ ਕੇ ਮਹਾਰਾਜ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਖੰਡੇ ਦੀ ਪੌਲ ਲੈ ਕੇ ਜਾਂ ਅੰਮ੍ਰਿਤ ਬਾਣੀ ਦਾ ਰਸ ਪੀ ਕੇ ਤੂੰ ਆਹ ਵਾਲਾ ਗੁਰ ਜਹਾਜ਼, ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ, ਆਹ ਜਹਾਜ਼ ਚੜਨ ਨੂੰ ਚਿੱਤ ਕੋਈ ਨਹੀਂ ਕੀਤਾ। ਉਹਦੇ ਲਈ ਮਹਾਰਾਜ ਕਹਿੰਦੇ ਤੂੰ ਉੱਠ ਕੇ ਨਿਤਨੇਮ ਕਰਿਆ ਕਰ, ਉੱਠ ਕੇ ਪਾਠ ਕਰਿਆ ਕਰ, ਉੱਠ ਕੇ ਸੰਗਤ ਕਰਿਆ ਕਰ। ਉਦੋਂ ਨਹੀਂ ਖਿੱਚ ਪਈ, ਪਰ ਜਦੋਂ ਕਿਸੇ ਆਖਿਆ ਵੀ ਆਹ ਕੰਮ ਕਰ ਤੂੰ ਉਹ ਜਹਾਜ਼ ਚੜ ਜਾਏਗਾ, ਕਿੰਨੀ ਖਿੱਚ ਪਈ ਵੀ ਅੱਜ ਹੀ ਲਿਆ ਕੇ ਚੜਾ ਦਿਓ, ਕੱਲ ਪਤਾ ਨਹੀਂ ਸਮਾਂ ਮਿਲੇ ਕਿ ਨਾ ਮਿਲੇ। ਐਸੀ ਖੇਡ ਸਾਡੇ ਮਨ ਦੀ ਬਣ ਚੁੱਕੀ ਹੈ। ਜਦੋਂ ਉਹਦੀ ਰਜ਼ਾ ਵਿੱਚ ਚੱਲਾਂਗੇ ਤੇ ਉਸ ਮਾਲਕ ਨੇ ਪਤਾ ਨਹੀਂ ਕਿਹੜੀਆਂ ਖੇਡਾਂ ਵਰਤਾ ਦੇਣੀਆਂ, ਪਰ ਚੱਲਣਾ ਉਹਦੇ ਹੁਕਮ ਵਿੱਚ ਪੈਣਾ ਹੈ। ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਮਝਾ ਕੇ ਮਨ ਰੇ ਸਾਚੀ ਖਸਮ ਰਜਾਏ, ਸ਼ਬਦ ਨਾਲ ਸੁਰਤ ਨੂੰ ਜੋੜ ਲਿਆ, ਮਨ ਪਰਮੇਸ਼ਵਰ ਦੇ ਰੰਗ ਵਿੱਚ ਰੰਗਿਆ, ਕਹਿੰਦਾ ਜਿਉਂ ਭਾਵੈ ਤਿਉਂ ਰਾਖ, ਮੈਨੂੰ ਕੇਵਲ ਤੇ ਕੇਵਲ ਤੇਰੇ ਨਾਮ ਦਾ ਆਸਰਾ ਹੈ। ਤਨ ਬੈਸੰਤਰ ਹੋਮੀਐ ਇਕ ਰਤੀ ਤੋਲ ਕਟਾਏ, ਤਨ ਮਨ ਸਮਧਾ ਜੇ ਕਰੀ ਅਨ ਦਿਨ ਅਗਨ ਜਲਾਏ, ਹਰ ਨਾਮੈ ਤੁਲ ਨਾ ਪੁਜਈ ਜੇ ਲੱਖ ਕੋਟੀ ਕਰਮ ਕਮਾਏ। ਹੁਣ ਦੂਸਰੇ ਪਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਉਸ ਮਾਲਕ ਦੀ ਰਜ਼ਾ ਵਿੱਚ ਰਾਜ਼ੀ ਨਹੀਂ ਰਹਿੰਦੇ, ਜਿਹੜੇ ਉਹਦੇ ਨਾਮ ਵਿੱਚ ਆਪਣੇ ਸੁਰਤ ਨੂੰ ਨਹੀਂ ਜੋੜਦੇ,
ਜਿਨ੍ਹਾਂ ਨੇ ਮਨ ਕਰਕੇ ਉਹਦੇ ਨਾਮ ਦਾ ਆਸਰਾ ਨਹੀਂ ਲਿਆ, ਉਹ ਫਿਰ ਤਨ ਕਰਕੇ ਜਿੰਨੇ ਮਰਜ਼ੀ ਕਰਮ ਕਰ ਲਓ। ਤਨ ਬੈਸੰਤਰ ਹੋਮੀ ਹੈ। ਬੈਸੰਤਰ ਕਹਿੰਦੇ ਅੱਗ, ਜਿਵੇਂ ਆ ਹਵਨ ਕੀਤੇ ਜਾਂਦੇ ਆ, ਯੱਗ ਕੀਤੇ ਜਾਂਦੇ ਆ, ਦਾਨ ਪੁੰਨ ਕੀਤੇ ਜਾਂਦੇ ਆ, ਇਸੇ ਤਰ੍ਹਾਂ ਇੱਕ ਕਹਿਣ ਲੱਗੇ ਹੋਮ ਯੱਗ ਹੈ ਜਿਹਦੇ ਵਿੱਚ ਘਿਓ ਪਾਇਆ ਜਾਂਦਾ ਹੈ, ਜਿਹਦੇ ਵਿੱਚ ਸਮੱਗਰੀ ਪਾਈ ਜਾਂਦੀ ਹੈ। ਸਾਹਿਬ ਕਹਿੰਦੇ ਤਨ ਨੂੰ ਅੱਗ ਦੇ ਵਿੱਚ ਇਸ ਤਰ੍ਹਾਂ ਆਪਣੇ ਆਪ ਨੂੰ ਪਾਉਣਾ ਹੈ ਜਿਵੇਂ ਸਮੱਗਰੀ ਔਰ ਜਿਵੇਂ ਉਹਦੇ ਵਿੱਚ ਘਿਓ ਪਾਇਆ ਜਾਂਦਾ ਹੈ। ਤਨ ਬੈ ਸੰਤਰ ਹੋਮੀਐ ਇੱਕ ਰੱਤੀ ਤੋਲ ਕਟਾਏ। ਕਹਿੰਦੇ ਨੇ ਆਪਣੇ ਸਰੀਰ ਨੂੰ ਕਟਾ ਕੇ ਉਹਨੂੰ ਥੋੜਾ ਥੋੜਾ, ਰੱਤੀ ਦਾ ਅਰਥ ਹੁੰਦਾ ਥੋੜਾ ਥੋੜਾ, ਭਾਵ ਕਿ ਉਹਨੂੰ ਥੋੜਾ ਥੋੜਾ ਕੱਟ ਕੱਟ ਕੇ ਰੱਤੀ ਜਿੰਨੇ ਤੋਲ ਦੇ ਵਿੱਚ ਉਹਨੂੰ ਉਸ ਅੱਗ ਦੇ ਵਿੱਚ ਵੀ ਤੂੰ ਸੁੱਟਦਾ ਰਹਿ। ਆਪਣੇ ਤਨ ਦੇ ਟੁਕੜੇ ਕਰਕੇ ਇਹਨੂੰ ਰੱਤੀ ਦੇ ਵਰਗੇ ਤੋਲ ਜਿੰਨਾ ਇਹਨੂੰ ਤੂੰ ਰੋਜ਼ ਰੋਜ਼ ਕਹਿੰਦੇ ਇਹਨੂੰ ਅਗਨੀ ਵਿੱਚ ਵੀ ਪਾਈ ਜਾ। ਤਨ ਮਨ ਸਮਧਾ ਜੇ ਕਰੀ, ਸਮਧਾ ਕਹਿੰਦੇ ਸਮੱਗਰੀ, ਜੇ ਕਰੀ ਅਨ ਦਿਨ ਅਗਨ ਜਲਾਏ। ਅਨ ਦਿਨ, ਦਿਨ ਰਾਤ, ਹਰ ਵੇਲੇ ਦਿਨ ਰਾਤ ਤੂੰ ਇਹਨੂੰ ਅਗਨੀ ਵਿੱਚ ਜਲਾਉਂਦਾ ਰਹਿ। ਅਗਨੀ ਵਿੱਚ ਇਹਨੂੰ ਆਪਣੇ ਤਨ ਨੂੰ ਥੋੜਾ ਥੋੜਾ ਕੱਟ ਕੱਟ ਕੇ ਇਹਦੀ ਸਮੱਗਰੀ ਬਣਾ ਕੇ, ਕਹਿੰਦੇ ਨੇ ਘਿਓ ਦੀ ਜਗ੍ਹਾ ਤੇ, ਬਾਹਰ ਦੀ ਸਮੱਗਰੀ ਦੀ ਜਗ੍ਹਾ ਤੇ ਆਪਣੇ ਤਨ ਨੂੰ ਵੀ ਜੇ ਤੂੰ ਇਸ ਦੇ ਵਿੱਚ ਪਾਉਂਦਾ ਰਵੇਂ ਤਾਂ ਧਿਆਨ ਰੱਖੀ ਹਰ ਨਾਮੈ ਤੁਲ ਨਾ ਪੂਜਈ। ਜੇ ਲੱਖ ਕੋਟੀ ਕਰਮ ਕਮਾਏ, ਤੂੰ ਲੱਖਾਂ ਕਰੋੜਾਂ ਕਰਮ ਇਦਾਂ ਦੇ ਕਰ ਲੈ, ਲੱਖਾਂ ਕਰੋੜਾਂ ਕਰਮ ਕਰ ਲੈ, ਪਰ ਜਿਹੜੀ ਬਖਸ਼ਿਸ਼ ਨਾਮ ਵਿੱਚੋਂ ਮਿਲਣੀ ਆ ਉਹ ਆਹ ਕਰਮ ਕਰਕੇ ਨਹੀਂ ਮਿਲਣੀ। ਫਿਰ ਤਨ ਨੂੰ ਕਟਾਉਣ ਦਾ ਕੀ ਲਾਭ ਹੋਇਆ? ਤਨ ਦੇ ਟੁਕੜੇ ਵੀ ਕਰਵਾ ਲਏ, ਤਨ ਨੂੰ ਥੋੜਾ ਥੋੜਾ ਕਹਿਣ ਲੱਗੇ ਰੱਤੀ ਜਿੰਨਾ ਤੋਲ ਦੇ ਵਿੱਚ ਉਹਨੂੰ ਸਮੱਗਰੀ ਦੀ ਤੌਰ ਤੇ ਅੱਗ ਦੇ ਵਿੱਚ ਵੀ ਉਹਨੂੰ ਪਾ ਪਾ ਕੇ ਸਾੜਦੇ ਰਹੇ। ਇਹ ਸਿਰਫ ਸਮਝਾਉਣ ਵਾਸਤੇ ਹੈ ਵੀ ਜੇ ਤੂੰ ਆਹ ਕਰਮ ਵੀ ਕਰ ਲੇਗਾ ਨਾ, ਇੰਨੇ ਕਰਮ ਵੀ ਕਰ ਲੇਗਾ ਤਾਂ ਪਰਮੇਸ਼ਵਰ ਦੇ ਨਾਮ ਦੀ ਬਰਾਬਰੀ ਨਹੀਂ ਹੋ ਸਕਦੀ। ਜਿੱਥੇ ਪਰਮੇਸ਼ਵਰ ਦੇ ਨਾਮ ਨੇ ਬਖਸ਼ਿਸ਼ ਕਰਨੀ ਆ ਨਾ, ਉੱਥੇ ਆਹ ਕਰਮ ਕਰਕੇ ਬਖਸ਼ਿਸ਼ ਨਹੀਂ ਮਿਲਣੀ। ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਹੋਕਾ ਦੇ ਦੇ ਕੇ ਸਮਝਾਉਂਦੇ ਆ। ਅਸੀਂ ਕਿੰਨੀ ਵਾਰ ਸੁਖਮਨੀ ਸਾਹਿਬ ਦਾ ਪਾਠ ਕੀਤਾ, ਕਿੰਨੀ ਵਾਰ ਕਰਦੇ ਆ, ਕਿੰਨੀ ਵਾਰ ਕਰਨਾ ਹੈ, ਔਰ ਕਿੰਨੀਆਂ ਸੁਸਾਇਟੀਆਂ ਸੁਖਮਨੀ ਸਾਹਿਬ ਜੀ ਦੇ ਨਾਮ ਤੇ ਬਣੀਆਂ। ਕੇਵਲ ਨਾਮ ਨਹੀਂ, ਕੇਵਲ ਪੜ੍ਹਨਾ ਨਹੀਂ, ਗੁਰਬਾਣੀ ਨੂੰ ਸਮਝਣਾ ਹੈ। ਸਭ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਬੜੇ ਸ਼ਾਸਤਰ ਬਹੁਤ ਕੁਝ ਕਹਿੰਦੇ ਆ, ਸਿਮਰਤੀਆਂ ਬੜਾ ਕੁਝ ਕਹਿੰਦੀਆਂ ਨੇ, 27 ਸਿਮਰਤੀਆਂ ਨੇ, 6 ਸ਼ਾਸਤਰ ਨੇ, ਬੜਾ ਕੁਝ ਕਹਿੰਦੇ ਆ, ਪਰ ਸਭ ਕਹਿੰਦੇ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਪਰਮੇਸ਼ਵਰ ਦਾ ਨਾਮ ਅਮੋਲਕ ਹੈ, ਉਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਅਸੀਂ ਜਿੰਨੇ ਮਰਜ਼ੀ ਨਿਉਲੀ ਕਰਮ ਕਰ ਲਈਏ, ਜਿੰਨੇ ਮਰਜ਼ੀ ਅਸੀਂ ਨਿਮਖ ਨਿਮਖ ਕਰ ਸਰੀਰ ਕਟਾਵੇ ਤਉ ਪੀ ਹੋਮੈ ਮੈਲ ਨਾ ਜਾਵੇ। ਤੁਸੀਂ ਥੋੜਾ 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 ਕਰਕੇ ਸਰੀਰ ਵੀ ਕਟਾ ਕੇ ਰੱਖ ਲਿਓ, ਰੱਖ ਦਿਓ, ਮਰ ਅੰਦਰ ਦੀ ਹੋਮੇ ਦੀ ਮੱਲ ਤਾਂ ਫਿਰ ਨਹੀਂ ਜਾਣੀ। ਗੱਲ ਤਾਂ ਅੰਦਰ ਦੀ ਮੱਲ ਦੀ ਹੈ ਨਾ। ਸਾਹਿਬ ਜੀ ਨੇ ਇਹੀ ਉਪਦੇਸ਼ ਸਾਨੂੰ ਆ ਮਾਘ ਦੇ ਦਿਨ ਵਿੱਚ ਦਿੱਤਾ ਹੈ। ਸਾਹਿਬ ਕਹਿੰਦੇ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਉਹਦੇ ਲਈ ਇਹ ਥੋੜੀ ਆਖਿਆ ਤੂੰ ਬਾਹਰ ਦੇ ਤੀਰਥ ਤੇ ਜਾ ਕੇ ਚੁੱਭੀ ਲਾ ਕੇ ਆ, ਤੂੰ ਆ ਤੀਰਥ ਤੇ ਦਾਨ ਆ ਪੁੰਨ ਕਰਕੇ ਆ। ਨਹੀਂ, ਇੱਕੋ ਗੱਲ ਆਖੀ ਸੀ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਆਹ ਵਾਲਾ ਕਰਮ ਕਰੇਗਾ ਸਫਲਤਾ ਮਿਲਣੀ ਆ। ਜੇ ਤੂੰ ਤਨ ਕਰਕੇ ਲੱਗਾ ਰਿਹਾ ਤੇ ਕਾਮਯਾਬੀ ਨਹੀਂ ਮਿਲਣੀ, ਤੂੰ ਸਫਲ ਨਹੀਂ ਹੋ ਸਕਦਾ। ਬਾਹਰ ਦੀ ਯਾਤਰਾ ਤੇ ਸਫਲ ਹੋ ਜਾਏਗੀ, ਅੰਦਰ ਦੀ ਯਾਤਰਾ ਅਧੂਰੀ ਰਹਿ ਜਾਏਗੀ। ਤੇ ਜੇ ਅੰਦਰ ਦੀ ਯਾਤਰਾ ਅਧੂਰੀ ਰਹਿ ਗਈ ਤੇ ਬਾਹਰ ਦੀ ਯਾਤਰਾ ਦੀ ਸਫਲਤਾ ਨੂੰ ਕੀ ਕਰਾਂਗੇ ਆਪਾਂ? ਇਸ ਲਈ ਸਾਹਿਬ ਜੀ ਕਹਿੰਦੇ ਨੇ ਤਨ ਬੈ ਸੰਤਰ ਹੋਮੀ ਹੈ
ਹੋਮ ਯੱਗ ਜਦੋਂ ਕੀਤਾ ਜਾਂਦਾ ਹੈ ਉਹਦੇ ਵਿੱਚ ਘਿਓ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਤੂੰ ਤਨ ਆਪਣਾ ਜਿਹੜਾ ਹੈ ਉਹਨੂੰ ਘਿਓ ਬਣਾ ਕੇ ਵੀ ਅੱਗ ਦੇ ਵਿੱਚ ਸਾੜਦਾ ਰਵੇਂ, ਔਰ ਜੇ ਤੂੰ ਇਹਨੂੰ ਕਟਾ ਕੇ ਔਰ ਇਹਨੂੰ ਦਿਨ ਰਾਤ ਸਮੱਗਰੀ ਦੇ ਤੌਰ ਤੇ ਅਗਨੀ ਵਿੱਚ ਜਲਾਉਂਦਾ ਰਵੇਂ, ਪਰ ਧਿਆਨ ਰੱਖੀ ਹਰ ਨਾਮੈ ਤੁਲ ਨਾ ਪੂਜਈ। ਇਹ ਪਰਮੇਸ਼ਵਰ ਦੇ ਨਾਮ ਦੇ ਬਰਾਬਰ ਇਹ ਨਹੀਂ ਪੁੱਜ ਸਕਦਾ ਕਰਮ। ਇੱਕ ਨਹੀਂ, ਜੇ ਲੱਖ ਕੋਟੀ ਕਰਮ ਕਮਾਏ, ਤੂੰ ਲੱਖਾਂ ਕਰੋੜਾਂ ਇਦਾਂ ਦੇ ਕਰਮ ਕਰ ਲੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਦੇ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਇੱਕ ਥੋੜੀ ਅਨੇਕਾਂ ਕਰਮ ਮੈਂ ਇਦਾਂ ਪਿਆਰੇ ਕਰਕੇ ਵੇਖ ਲਿਆ, ਪਰ ਅੰਦਰ ਜਿਹੜੇ ਪੰਜ ਬੈਠੇ ਆ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਤੋਂ ਛੁਟਕਾਰਾ ਹੀ ਕੋਈ ਨਹੀਂ ਹੁੰਦਾ ਪਿਆ। ਤੀਰਥਾਂ ਤੇ ਵੀ ਬੈਠ ਕੇ ਵੇਖ ਲਿਆ, ਜੰਗਲਾਂ 'ਚ ਵੀ ਬੈਠ ਕੇ ਵੇਖ ਲਿਆ, ਪੁੱਠੇ ਲਟਕ ਕੇ ਵੀ ਵੇਖ ਲਿਆ, ਕੰਨਾਂ 'ਚ ਮੁੰਦਰਾਂ ਪਾ ਕੇ ਵੀ ਵੇਖ ਲਿਆ, ਵਰਤ ਰੱਖ ਕੇ ਵੀ ਵੇਖ ਲਿਆ, ਅੰਨ ਛੱਡ ਕੇ ਵੀ ਵੇਖ ਲਿਆ, ਗਰਮੀ ਸਰਦੀ ਵਿੱਚ ਆਪਣੇ ਸਰੀਰ ਨੂੰ ਤਪਾ ਕੇ ਵੀ ਵੇਖ ਲਿਆ, ਧੂਣੀਆਂ ਬਾਲ ਕੇ ਵੀ ਵੇਖ ਲਿਆ, ਪਰ ਕਹਿੰਦੇ ਨਹੀਂ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਇਸ ਤਰੀਕੇ ਨਾਲ ਮਿਲਾਪ ਨਹੀਂ ਹੈ। ਮੈਂ ਕੀਏ ਕਰਮ ਅਨੇਕਾਂ, ਅਨੇਕਾਂ ਕਰਮ ਕਰਕੇ ਜ਼ਿੰਦਗੀ ਲੰਘਾ ਲਈ, ਜ਼ਿੰਦਗੀ ਦਾ ਸਮਾਂ ਲੰਘਾ ਲਿਆ, ਪਰ ਪੱਲੇ ਕੱਖ ਨਹੀਂ ਪਿਆ। ਇਸ ਲਈ ਹਾਰ ਪਰਿਓ ਸੁਆਮੀ ਕੇ ਦੁਆਰੇ, ਮੈਂ ਹਾਰ ਕੇ ਆਇਆ ਤੇਰੇ ਦਰ ਤੇ, ਹੁਣ ਅੱਗੇ ਕੋਈ ਕਰਮ ਕਰਨ ਦੀ ਹਿੰਮਤ ਹੀ ਨਹੀਂ ਰਹਿ ਗਈ। ਹੁਣ ਥੱਕ ਚੁੱਕਾ ਮੈਂ, ਕਰਮ ਕਰ ਕਰਕੇ ਥੱਕ ਚੁੱਕਾ ਹਾਂ। ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਬਵੇਕਾ, ਮੈਨੂੰ ਵਿਵੇਕ ਬੁੱਧੀ ਦੇ, ਤਾਂ ਕਿ ਕੱਲ ਨੂੰ ਮੈਨੂੰ ਕੋਈ ਆ ਕੇ ਕਵੇ ਵੀ ਆਹ ਫਲਾਣੀ ਥਾਂ ਤੇ ਆਹ ਕਰਮ ਕਰਨ ਚਲੀਏ, ਤੇ ਮੇਰੀ ਵਿਵੇਕ ਬੁੱਧੀ ਮੈਨੂੰ ਰੋਕ ਦੇਵੇ, ਮੈਨੂੰ ਆਖੇ ਨਹੀਂ ਮੈਂ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਧਿਆਨ ਹੋਰ ਪਾਸੇ ਨਹੀਂ ਲੈ ਜਾਣਾ, ਮੈਂ ਕੋਈ ਹੋਰ ਕਰਮ ਨਹੀਂ ਕਰਨਾ, ਕਿਉਂਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ ਜਿਨ ਜਿਨ੍ਹਾਂ ਜਿਨ੍ਹਾਂ ਨੇ ਜਿਨੀ ਨਾਮ ਧਿਆਇਆ, ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਤੂੰ ਜੇ ਲੱਖ ਕੋਟੀ ਕਰਮ ਕਮਾਏ, ਇਦਾਂ ਦੇ ਆਪਣੇ ਸਰੀਰ ਨੂੰ ਕਟਾ ਦੇਣ ਦੇ, ਟੁਕੜੇ ਟੁਕੜੇ ਕਰਕੇ ਸਮੱਗਰੀ ਬਣਾ ਕੇ, ਜੇ ਤੂੰ ਅੱਗ ਵਿੱਚ ਵੀ ਉਹਨਾਂ ਨੂੰ ਜਾਲਦਾ ਰਵੇਂ ਨਾ, ਪਰਮੇਸ਼ਵਰ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਭਾਵ ਜਿਹੜੀ ਬਖਸ਼ਿਸ਼ ਨਾਮ ਵਿੱਚੋਂ ਮਿਲਣੀ ਹੈ, ਉਹ ਆਹ ਕਰਮ ਕਰਕੇ ਨਹੀਂ ਮਿਲਣੀ ਹੈ। ਅਰਧ ਸਰੀਰ ਕਟਾਈਐ, ਸਿਰ ਕਰਵਤ ਤਰਾਏ, ਤਨ ਹੈ ਮੰਚਲ ਗਾਲੀਐ, ਭੀ ਮਨ ਤੇ ਅਰੋਗ ਨਾ ਜਾਏ, ਹਰ ਨਾਮੈ ਤੁਲ ਨਾ ਪੁਜਈ, ਸਭ ਡਿਠੀ ਠੋਕ ਵਜਾਏ। ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਤੀਸਰੇ ਪਦੇ 'ਚ ਕਿਰਪਾ ਕਰਦੇ, ਔਰ ਗੱਲ ਠੋਕ ਕੇ ਕਰਦੇ ਨੇ, ਕਿਉਂਕਿ ਇਹਨੂੰ ਕੋਈ ਕੱਟ ਨਹੀਂ ਸਕਦਾ, ਇਹਨੂੰ ਕੋਈ ਝੁਠਲਾ ਨਹੀਂ ਸਕਦਾ ਵੀ ਗੁਰੂ ਸਾਹਿਬ ਆਹ ਬਚਨ ਤੁਸੀਂ ਗਲਤ ਕਿਹਾ। ਮਹਾਰਾਜ ਕਹਿੰਦੇ ਠੋਕ ਕੇ ਗੱਲ ਕਰ, ਕਿਉਂਕਿ ਸੱਚੀ ਗੱਲ ਹਮੇਸ਼ਾ ਹੁੰਦੀ ਹੋਈ ਠੋਕ ਕੇ ਹੈ। ਬੰਦਾ ਕਹਿੰਦਾ ਮੈਂ ਠੋਕ ਕੇ ਆਹ ਗੱਲ ਕਹਿ ਰਿਹਾ, ਕੋਈ ਗਲਤ ਸਾਬਤ ਕਰਕੇ ਵਿਖਾਵੇ, ਕੋਈ ਇਹਨੂੰ ਗਲਤ ਸਾਬਤ ਕਰੇ, ਕਿਉਂਕਿ ਹੈ ਹੀ ਪੂਰੀ ਸੱਚੀ ਹੈ। ਤੇ ਗੁਰਬਾਣੀ ਕੀ ਹੈ? ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਕਿਉਂ ਸੋਚਦੇ ਆ ਵੀ ਇਹ ਗੁਰੂ ਨਾਨਕ ਸਾਹਿਬ ਦੇ ਬੋਲਨੇ ਆ? ਇਹ ਕਿਉਂ ਨਹੀਂ ਸੋਚਦੇ ਹਰ ਕਰਤਾ ਆਪ ਮੂੰਹੋਂ ਕਢਾਏ? ਇਹ ਉਸ ਕਰਤੇ ਦੇ ਬੋਲ ਨੇ। ਭਾਵੇਂ 15 ਭਗਤਾਂ ਦੇ ਨਾਮ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਪਰ ਭਗਤ ਕਿਤੇ ਕਹਿੰਦੇ ਆ ਵੀ ਇਹ ਮੇਰੀ ਬਾਣੀ ਆ, ਕਿਤੇ ਕਬੀਰ ਸਾਹਿਬ ਨੇ ਕਿਹਾ ਵੀ ਇਹ ਮੈਂ ਉਚਾਰੀ ਹੈ ਤੇ ਇਹ ਮੇਰੀ ਬਾਣੀ ਆ, ਕਿਤੇ ਨਾਮਦੇਵ ਜੀ ਨੇ ਕਿਹਾ ਹੋਵੇ, ਕਿਤੇ ਬਾਬਾ ਰਵਿਦਾਸ ਜੀ ਨੇ ਕਿਹਾ ਹੋਵੇ, ਕਿਤੇ ਬਾਬਾ ਫਰੀਦ ਸਾਹਿਬ ਨੇ ਕਿਹਾ ਹੋਵੇ, ਨਹੀਂ ਕਿਹਾ। ਉਹਨਾਂ ਆਖਿਆ ਜਰੀਆ ਅਸੀਂ ਹਾਂ,
पर ये उच्चारण कराउण वाला आप परमेश्वर है। जैसी में आवे खसम की बाणी तैसरा ज्ञान करी वे लालो, किते नहीं लिखिया। ये है ही करते दी बाणी है। करते ने आप भगतां राही गुरु साहबान राही मुखों कढ़ा के सानू ये बाणी दिती है। इसलिए इनू कोई भी बाणी नू जिहड़ा झुठला नहीं सकदा। महाराज कहंदे जिहड़ी गल कीती है ठोक वजा के कीती है, निर्णा करके कीती, एवें नहीं कीती। समाज विच जिन्ने भरम ने जिन्ने कर्म ने उन्हां नू वेख के ये गल कीती गई है। सब डिठी ठोक वजाए, सब डिठी, डिठी दा अर्थ देखना, सब कुछ देख के पड़चोल करके उन्होंने सर्च करके चंगी तरह फिर उहदा निचोड़ कढ़ के तां ये गल ठोक के कही गई है भी आ सच है ते आ झूठ है। सतगुरु महाराज कहते अर्ध शरीर कटाई है। शरीर नू अद्धा विचों दी कटा दिओ, दो फड़ करा दिओ। सिर करवत धराए, करवत आरा। हुण दो गल्लां समझ के चलियो। एक वो भी गुरु का प्यारा है जिहड़ा आरे दे विच अपने दो फार करा रहा है, पर उत्थे गल प्रेम दी है। उत्थे गल जिहड़ी है वो ये नहीं कि मैं आ कर्म करांगा तां मैनूं मुक्ति मिलनी है। जदों भाई सती दास, भाई मती दास ते भाई दयाला जी, भाई दयाला जी उबलदे पानी विच बैठे आ, पर बैठन लगियां ये सोच के थोड़ी बैठे आ भी मैनूं मुक्ति मिलनी। इदां वो ये सोच के थोड़ी बैठे, रूह विच लपेटिया भाई सती दास नूं अग विच सड़ रहे आ। वो ये सोच के नहीं भी इदां करांगा ते मैनूं मुक्ति मिलेगी। भाई मती दास जी दे सिर ते आरा चलदा है, वो ये सोच के थोड़ी अपना शरीर कटा रहे आ भी जे मेरा शरीर इदां कटिया गया तां मैनूं मुक्ति मिलेगी। नहीं, वो एक अपने प्यार दा सबूत दे रहे आ भी गुरु पातशाह इन्ना प्यार है तुहाडे चरनां दे नाल कि असीं अपना आप भी जिहड़ा वो कुर्बान कर सकदे हां। वो एक प्रेम दा सबूत है। क्योंकि अमृत बाणी विच जदों आपां आ करवत, एक तत्ता लगा होया है, एक टैंका लगा है करवट। करवत भला ना करवट तेरी, लाग गले सुन बिनती मेरी। जिथे तत्ता लगा होया उहदा अर्थ है आरा, ते जिथे टैंका लगा है उत्थे है पासा वट जाना। कि मेरे वाहिगुरु जी मेरे सिर ते आरा चल जाए, मैं बर्दाश्त, वो पीड़ा बर्दाश्त कर लांगा, पर तेरा पासा वट जाना मैनू बर्दाश्त नहीं होना। तेरा मुख फिर जे प्यार वाला ये कहंदा है ते सच जाणियो जदों असीं बाणी ते बाणी दे रंग विच रंग के फिर गुरु तो मूँह फेर लैने आ ते गुरु साहब भी तां कहंदे होणगे कि प्यारिया मैं तेरे तो अपनी जाना तो वध के जाना वारियां ने, तू फिर मेरे तो मूँह फेरी जाना है। खालसा मेरी जान की जान, अकाल स्वरूप जिहड़ा मैं प्रगट कीता अकाल पुरख दी मौज विच, ये बाणी ते बाणी दे रंगां विच, ये मेरा प्यारा है। जाना तो वध के इन पुत्रन के सीस पर वार दिए सुत चार। चार मुए तो क्या हुआ जीवत कई हजार। ते गुरु गोबिंद सिंह जी भी तां कहंदे होणगे प्यारिया तेरा पासा वट जाना मैनू बर्दाश्त नहीं, क्योंकि मैं तेरे तो अपने चार लाल बारे ने, ते तू सिੱਖੀ तो मूँह मोड़ी जाना है, तू बाणी ते बाणी तो मुख मोड़ी जाना है। तेरा ये मुख मोड़ना रात भी जिक्र किया सी कि असी मुकत सर दी धरती दे उन्हां मुक्ति दी दात लैण वाले शहीदां नूं चेते कर रहे हैं। उन्होंने तो विदावा पाड़ लिया, असी ते विदावा दे के बैठे हैं। जिहड़ा खंडे दी पौल लै लैंदा है, बाणी ते बाणी दे रंग विच रंग जांदा है, ते फिर वो बाणी नूं एक पासे रख के ते बाणी नूं एक पासे रख के दुनिया दे रंगां च रंगदा, ये विदावा नहीं। जिहड़े गुरु दे दर ते आउंदे सी, गुरु तो मुख मोड़ के होर थावां ते जुड़ गए, ये विदावा नहीं। ये भी ते विदावा दई बैठे हैं आपां। गुरु साहब नूं कहिए सतगुरु ये विदावा पाड़ दिओ, असीं तुहाडे दर तो सिवा किसी होर दे दर नहीं जाना। सगल द्वार को छाड़ के गेहो तुहारो द्वार, बाहें गहें की लाज अस गोबिंद दास तोहार।
ਇਹ ਵਾਹਿਗੁਰੂ ਜੀ ਤੁਹਾਡੇ ਦਰ ਤੋਂ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ, ਮੈਂ ਕਿਸੇ ਹੋਰ ਦੇ ਰੰਗ ਵਿੱਚ ਨਹੀਂ ਰੰਗਣਾ, ਰੰਗ ਲਓ ਆਪਣੇ ਰੰਗਾਂ ਵਿੱਚ, ਮੈਂ ਇਹ ਵਿਦਾਵਾ ਲੈ ਕੇ ਨਹੀਂ ਦੁਨੀਆ ਤੋਂ ਜਾਣਾ। ਅਸੀਂ ਕਿੰਨੇ ਰੂਪ ਵਿੱਚ ਵਿਦਾਵੇ ਗੁਰੂ ਨੂੰ ਦਈ ਬੈਠੇ ਹਾਂ, ਮੁੜ ਆਈਏ ਵਾਪਸ, ਸਿੱਖੀ ਸਰੂਪ ਵਿੱਚ ਆ ਜਾਈਏ, ਬਾਣੇ ਬਾਣੀ ਦੇ ਰੰਗ ਵਿੱਚ ਰੰਗੇ ਜਾਈਏ, ਗੁਰੂ ਦਰ ਤੇ ਆ ਜਾਈਏ, ਕਿਤੇ ਜ਼ਿੰਦਗੀ ਇਸ ਵਿਦਾਵੇ ਵਿੱਚ ਹੀ ਨਾ ਲੰਘ ਜਾਵੇ ਸਾਡੀ। ਗੁਰੂ ਸਾਹਿਬ ਕਿਰਪਾ ਕਰਨ। ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਕਹਿੰਦੇ ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ, ਸਿਰ ਉਤੇ ਆਰਾ ਰੱਖ ਕੇ ਤੂੰ ਆਪਣਾ ਸਰੀਰ ਕਟਾ ਲਵੇਂ, ਇਹ ਸੋਚ ਕੇ ਵੀ ਮੁਕਤੀ ਮਿਲਣੀ ਹੈ। ਮਹਾਰਾਜ ਕਹਿੰਦੇ ਨਹੀਂ, ਇਦਾਂ ਨਹੀਂ ਮੁਕਤ ਹੋਇਆ ਜਾਣਾ, ਇਦਾਂ ਮਨ ਦੇ ਵਿੱਚੋਂ ਵਿਕਾਰਾਂ ਦੀ ਮੱਲ ਨਹੀਂ ਉਤਰਨੀ ਹੈ। ਜੇ ਤੂੰ ਕਵੇਂ ਵੀ ਆਪਣਾ ਸਰੀਰ ਦੋ ਫਾੜ ਕਰਾ ਕੇ ਤੇ ਮੈਨੂੰ ਮਾਲਕ ਦੇ ਘਰ ਵਿੱਚ ਢੋਈ ਮਿਲ ਜਾਣੀ ਹੈ, ਇਸ ਤਰ੍ਹਾਂ ਮਹਾਰਾਜ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਜਨਮ ਸਵਾਰ ਕੇ ਜਾਣਾ, ਇਦਾਂ ਦੋ ਟੁਕੜੇ ਕਰਵਾ ਕੇ ਨਹੀਂ ਗੱਲ ਬਣਦੀ। ਸਾਹਿਬ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤਨ ਹੈਮ ਚੱਲ ਗਾਲੀ ਐ। ਹੈਮਚਲ ਦਾ ਅਰਥ ਹੁੰਦਾ ਹਿਮਾਲਿਆ ਦੀ ਚੋਟੀ, ਜਿੱਥੇ ਠੰਡ ਹੈ, ਬਰਫ਼ ਹੈ। ਤੂੰ ਆਪਣੇ ਆਪ ਨੂੰ ਬਰਫ਼ ਦੇ ਵਿੱਚ ਰੱਖ ਕੇ ਵੀ ਗਾਲ ਦੇ ਸਰੀਰ, ਕਿਉਂਕਿ ਪਰਮੇਸ਼ਵਰ ਨੂੰ ਮਿਲਣਾ ਸਰੀਰ ਕਰਕੇ ਨਹੀਂ ਹੈ, ਪਰਮੇਸ਼ਵਰ ਨੂੰ ਮਿਲਣਾ ਆਤਮਕ ਤਲ ਤੇ ਹੈ। ਸਰੀਰ ਤਾਂ ਇੱਥੇ ਹੀ ਰਹਿ ਜਾਣਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ, ਇਹ ਤਾਂ ਦੁਨੀਆ 'ਚ ਹੀ ਛੱਡ ਜਾਣਾ ਆਪਾਂ। ਜਿਹੜਾ ਅਗਾਂਹ ਜਾਣਾ ਹੈ ਉਹ ਇਸ ਸਰੀਰ ਵਿੱਚੋਂ ਨਿਕਲੀ ਹੋਈ ਜਿੰਦ ਨੇ ਜਾਣਾ ਹੈ। ਅਸੀਂ ਉਹਦੇ ਵਾਸਤੇ ਕੀ ਕਰਨਾ ਹੈ? ਕੇਵਲ ਤੇ ਕੇਵਲ ਪਰਮੇਸ਼ਵਰ ਦੇ ਨਾਮ ਦਾ ਅਭਿਆਸ। ਇਸ ਲਈ ਸਾਹਿਬ ਜੀ ਕਹਿੰਦੇ ਭਾਵੇਂ ਤੂੰ ਆਪਣੇ ਸਰੀਰ ਨੂੰ ਦੋ ਫਾੜ ਕਰਾ ਲੈ, ਭਾਵੇਂ ਤੂੰ ਆਪਣੇ ਤਨ ਨੂੰ ਹਿਮਾਲਿਆ ਦੀ ਚੋਟੀ ਤੇ ਬਿਠਾ ਕੇ, ਬਰਫ਼ ਦੇ ਘਰ ਵਿੱਚ ਬਿਠਾ ਕੇ ਭਾਵੇਂ ਉਹਨੂੰ ਤੂੰ ਗਾਲ ਦੇ, ਤਾਂ ਵੀ ਸਾਹਿਬ ਕਹਿੰਦੇ ਕੀ ਹੋਏਗਾ? ਤਨ ਹੈਮ ਚਲ ਗਾਲੀ ਐ, ਭੀ ਮਨ ਤੇ ਰੋਗ ਨਾ ਜਾਏ। ਜਿਹੜਾ ਤੇਰੇ ਮਨ ਨੂੰ ਰੋਗ ਲੱਗਾ ਉਹ ਕਿਵੇਂ ਚਲਾ ਜਾਏਗਾ? ਇਹ ਵੀ ਇੱਕ ਦਿਨ ਬੇਨਤੀ ਕੀਤੀ ਸੀ ਵੀ ਖੱਬੇ ਹੱਥ ਤੇ ਜ਼ਖਮ ਹੋਵੇ ਤੇ ਮੈਂ ਸੱਜੇ ਹੱਥ ਤੇ ਮੱਲਮ ਲਾਈ ਜਾਵਾਂ, ਕੀ ਆਰਾਮ ਆ ਜਾਏਗਾ? ਜ਼ਖਮ ਤਾਂ ਖੱਬੇ ਹੱਥ ਤੇ ਹੈ ਤੇ ਮੱਲਮ ਮੈਂ ਸੱਜੇ ਹੱਥ ਤੇ ਲਾਈ ਜਾ ਰਿਹਾ, ਕਿਵੇਂ ਗੱਲ ਬਣੇਗੀ? ਜਿੱਥੇ ਜ਼ਖਮ ਹੈ ਮੱਲਮ ਵੀ ਉੱਥੇ ਹੀ ਲਾਉਣੀ ਪੈਣੀ ਆ। ਅਸੀਂ ਸਰੀਰ ਕਰਕੇ ਤੁਰੇ ਹੋਏ ਆ, ਪਰ ਗੱਲ ਤਾਂ ਮਨ ਦੀ ਹੈ। ਮਨ ਮੈਲਾ ਹੈ, ਮਨ ਕਾਮੀ ਹੈ, ਮਨ ਕ੍ਰੋਧੀ ਹੈ, ਮਨ ਲੋਭੀ ਹੈ, ਮਨ ਹੰਕਾਰੀ ਹੈ, ਮਨ ਵਿਕਾਰੀ ਹੈ। ਹੁਣ ਰੋਗ ਮਨ ਵਿੱਚ ਹੈ, ਅਸੀਂ ਤੁਰੇ ਤਨ ਕਰਕੇ ਹੋਏ ਆ। ਤਨ ਦੇ ਰੋਗ ਵਾਸਤੇ ਤਾਂ ਤੁਹਾਨੂੰ ਥਾਂ ਥਾਂ ਤੇ ਹਸਪੀਟਲ ਮਿਲ ਜਾਣਗੇ, ਚੋਟੀ ਦੇ ਡਾਕਟਰ ਮਿਲ ਜਾਣਗੇ, ਔਰ ਵੱਖ-ਵੱਖ ਤੁਹਾਨੂੰ ਦਵਾਈਆਂ, ਕਿਸੇ ਨੂੰ ਹੋਮੋਪੈਥਿਕ ਸੂਤ ਨਹੀਂ ਕਰਦੀ, ਐਲੋਪੈਥਿਕ ਕਰਦੀ ਹੈ, ਕਿਸੇ ਨੂੰ ਆਯੁਰਵੈਦਿਕ ਕਰਦੀ ਹੈ, ਵੱਖ-ਵੱਖ ਮਿਲ ਜਾਣਗੀਆਂ। ਪਰ ਜਿਹੜੀ ਮਨ ਨੂੰ ਬਿਮਾਰੀ ਲੱਗੀ ਹੈ ਉਹਦੇ ਲਈ ਕਿਹੜੀ ਦਵਾਈ ਲਾਓਗੇ? ਉੱਥੇ ਉਹ ਕਿਹੜੇ ਡਾਕਟਰ ਕੋਲ ਜਾਓਗੇ? ਹੋਮੋਪੈਥਿਕ ਵਾਲੇ ਕੋਲ ਕਿ ਐਲੋਪੈਥਿਕ ਵਾਲੇ ਕੋਲ ਕਿ ਆਯੁਰਵੈਦਿਕ ਵਾਲੇ ਕੋਲ ਜਾਓਗੇ? ਉਹਦੇ ਲਈ ਤਾਂ ਮੇਰਾ ਵੈਦ ਗੁਰੂ ਗੋਬਿੰਦਾ, ਉਹਦੇ ਲਈ ਆਹ ਵੈਦ ਕੋਲ ਆਉਣਾ ਪੈਣਾ ਹੈ। ਤੇ ਇਹ ਵੈਦ ਕਹਿੰਦਾ ਵੀ ਤੈਨੂੰ ਸਰੀਰ ਕਰਕੇ ਨਹੀਂ, ਤੈਨੂੰ ਮਨ ਕਰਕੇ ਜੁੜਨ ਦੀ ਲੋੜ ਹੈ, ਕਿਉਂਕਿ ਬਿਮਾਰੀ ਤੇਰੇ ਮਨ ਵਿੱਚ ਹੈ। ਭੋਲਾ ਵੈਦ ਨਹੀਂ ਜਾਣਦਾ, ਉਹ ਆਪ ਵੀ ਭਰਮ 'ਚ ਹੈ, ਸਾਨੂੰ ਵੀ ਭਰਮ 'ਚ ਪਾਈ ਜਾਂਦਾ ਹੈ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹਾ। ਪੀੜਾ ਅੰਦਰ ਹੁੰਦੀ ਪਈ ਹੈ ਤੇ ਉਹ ਬਾਹ ਦੀ ਨਬਜ਼ ਪਕੜ ਕੇ ਵੇਖਦਾ ਪਿਆ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ, ਤੂੰ ਸਰੀਰ ਕਟਾ ਲੈ, ਭਾਵੇਂ ਇਹਨੂੰ ਬਰਫ਼ ਦੇ ਘਰ ਵਿੱਚ ਰੱਖ ਕੇ ਗਾਲ ਲੈ, ਤੇ ਭਾਵੇਂ ਤੂੰ ਕਹਿਣ ਲੱਗੇ ਅਗਨੀ ਬਾਲ ਕੇ ਤੂੰ ਹਵਨ ਕਰ ਦੇ ਰੂਪ ਵਿੱਚ ਆਪਣੇ ਤਨ ਦੀ ਸਮੱਗਰੀ ਬਣਾ ਕੇ ਪਾ ਦੇ। ਪਰ ਸੱਚ ਤਾਂ ਇਹ ਹੈ ਕਿ ਭੀ ਮਨ ਤੇ ਰੋਗ ਨਾ ਜਾਏ। ਇਹ ਸਾਰਾ ਕੁਝ ਕਰਨ ਤੋਂ ਬਾਵਜੂਦ ਵੀ ਤੇਰੇ ਮਨ ਉੱਤੇ ਜਿਹੜਾ ਹਉਮੈ ਦਾ ਰੋਗ ਲੱਗਾ ਨਾ, ਉਹ ਰੋਗ ਜਾ ਹੀ ਨਹੀਂ ਸਕਦਾ। ਹਰ ਨਾਮੈ ਤੁਲ ਨਾ ਪੂਜਈ, ਸਭ ਡਿੱਠੀ ਠੋਕ ਵਜਾਏ। ਸਭ ਕਹਿੰਦੇ ਜਿੰਨੇ ਵੀ ਮੈਂ ਵੇਖੇ ਨੇ, ਇਹ ਕਰਮ ਕਰਨ ਵਾਲੇ ਹਉਮੈ ਨਾਲ ਹੀ ਭਰੇ ਹੋਏ ਸਨ, ਇਹ ਹੰਕਾਰ ਦੇ ਨਾਲ ਹੀ ਭਰੇ ਹੋਏ ਸਨ।
ਇਸ ਲਈ ਇੱਕੋ ਹੀ ਪਰਮੇਸ਼ਵਰ ਦਾ ਨਾਮ ਹੈ ਜੋ ਸਰਬ ਰੋਗ ਕਾ ਔਖਦ ਨਾਮ। ਸਰਬ ਰੋਗ, ਜਿੰਨੇ ਵੀ ਅੰਦਰ ਰੋਗ ਨੇ, ਮਾਨਸਿਕ ਜਿੰਨੀਆਂ ਵੀ ਬਿਮਾਰੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕੇਵਲ ਪਰਮੇਸ਼ਵਰ ਦੇ ਨਾਮ ਵਿੱਚ ਹੈ। ਤੇ ਪਰਮੇਸ਼ਵਰ ਦੇ ਨਾਮ ਦੇ ਬਰਾਬਰ ਇਹ ਪੁੱਜ ਹੀ ਨਹੀਂ ਸਕਦੇ ਕਰਮ ਜਿਹੜੇ ਅਸੀਂ ਤਨ ਕਰਕੇ ਕਰਾਂਗੇ। ਮਹਾਰਾਜ ਕਹਿੰਦੇ ਐਵੇਂ ਨਹੀਂ ਕਹਿ ਰਿਹਾ, ਇਹਨੂੰ ਐਵੇਂ ਨਾ ਜਾਣਿਓ, ਇਹ ਸਭ ਡਿੱਠੀ ਠੋਕ ਵਜਾਏ। ਇਹ ਸਾਰਾ ਕੁਝ ਦੇਖ ਕੇ, ਇਹਨੂੰ ਠੋਕ ਵਜਾ ਕੇ, ਨਿਰਣਾ ਕਰਕੇ, ਸਰਚ ਕਰਕੇ ਇਹ ਗੱਲ ਆਖੀ ਹੈ। ਕੰਚਨ ਕੇ ਕੋਟ ਦਤ ਕਰੀ, ਬਹੁ ਹੈਵਰ ਗੈਵਰ ਦਾਨ। ਭੂਮ ਦਾਨ ਗਊਆ ਕਣੀ, ਪੀ ਅੰਤਰ ਗਰਭ ਗੁਮਾਨ। ਰਾਮ ਨਾਮ ਮਨ ਵਿਦਿਆ, ਗੁਰ ਦੀਆ ਸਚ ਦਾਨ। ਫਿਰ ਮਨ ਭਰਮ ਦੇ ਵਿੱਚ ਭਟਕ ਗਿਆ। ਕਿਸੇ ਨੇ ਆਖਿਆ ਵੀ ਆਹ ਦਾਨ ਜਿਹੜਾ ਉਹ ਤੂੰ ਕਰੇਂਗਾ ਤੇਰਾ ਭਲਾ ਹੋ ਜਾਏਗਾ। ਕਈ ਵਾਰ ਸਾਨੂੰ ਅੱਜ ਵੀ ਕਈ ਥਾਵਾਂ ਤੇ ਭਰਮ ਹੈ ਕਿ ਸਰੀਰ ਜਿਹਦਾ ਛੁੱਟ ਗਿਆ ਨਾ ਸਾਥ ਸਰੀਰ ਤੋਂ, ਜਿਹਦੀ ਮ੍ਰਿਤਿੂ ਹੋ ਗਈ, ਮੌਤ, ਤੇ ਫਿਰ ਆਖਿਆ ਵੀ ਇਹਦੇ ਨਾਮ ਦਾ ਆਹ ਪਿੰਡ ਦਾਨ ਕਰ ਦਿਓ, ਫਲਾਣੀ ਥਾਂ ਤੇ ਜਾ ਕੇ ਆਹ ਪਿੰਡ ਦਾਨ ਕਰ ਦਿਓ, ਮੁਕਤੀ ਮਿਲ ਜਾਏਗੀ। ਤੇ ਜੇ ਇਦਾਂ ਮੁਕਤੀ ਮਿਲਦੀ ਹੋਵੇ ਫਿਰ ਆਪਾਂ ਨੂੰ ਠੰਡ ਵਿੱਚ ਘਰੋਂ ਨਿਕਲ ਕੇ ਗੁਰੂ ਘਰ ਆਉਣ ਦੀ ਕੀ ਲੋੜ ਹੈ? ਫਿਰ ਅੰਮ੍ਰਿਤ ਵੇਲੇ ਠੰਡ 'ਚ ਇਸ਼ਨਾਨ ਕਰਕੇ ਨਿਤਨੇਮ ਕਰਨ ਦੀ ਕੀ ਲੋੜ ਹੈ? ਖੰਡੇ ਦੀ ਪੌਲ ਲੈਣ ਦੀ ਕੀ ਲੋੜ ਹੈ? ਐਵੇਂ ਸੰਗਤ ਵਿੱਚ ਆ ਕੇ ਬੈਠੇ ਆ, ਜਦੋਂ ਮ੍ਰਿਤਿੂ ਹੋਏਗੀ ਪਰਿਵਾਰ ਵਾਲੇ ਪਿੰਡ ਦਾਨ ਕਰ ਦੇਣਗੇ, ਸਾਡਾ ਮੁਕਤੀ ਮਿਲ ਜਾਏਗੀ। ਪਰ ਸਾਹਿਬ ਕਹਿੰਦੇ ਮਰਨ ਤੋਂ ਬਾਅਦ ਨਹੀਂ ਮੁਕਤੀ ਹੋਣੀ, ਜੀਵਨ ਮੁਕਤ ਹੋ ਜੇ ਹੋਣਾ ਤਾਂ। ਜੀਵਨ ਮੁਕਤ ਵਾਸਤੇ ਜੀਵਨ ਜੁਗਤ ਸਿੱਖ, ਜੀਵਨ ਨੂੰ ਕਿਸ ਤਰੀਕੇ ਨਾਲ ਜਿਉਣਾ ਹੈ ਉਹ ਜੁਗਤੀ ਸਿੱਖ। ਜਿਉਂਦਿਆਂ ਜੀ ਮੁਕਤ ਹੋ ਜਾਏਗਾ, ਮਰਨ ਤੋਂ ਬਾਅਦ ਨਾ ਮੁਕਤੀ ਮਿਲੀ ਹੈ ਤੇ ਨਾ ਕਿਸੇ ਨੂੰ ਮਿਲਣੀ ਹੈ। ਭਗਤ ਜੀ ਕਹਿੰਦੇ ਹੇ ਰੱਬ ਜੀ, ਜੇ ਮੁਕਤੀ ਦੇਣੀ ਹੈ ਹੁਣ ਦਿਓ, ਮਰਨ ਤੋਂ ਬਾਅਦ ਮੈਨੂੰ ਮੁਕਤੀ ਦਾ ਕੀ ਲਾਭ ਹੋਣਾ? ਕੋਈ ਲਾਭ ਨਹੀਂ ਹੋਣਾ। ਇਸ ਲਈ ਸਾਹਿਬ ਸਾਨੂੰ ਭਰਮ 'ਚ ਪਾ ਦਿੱਤਾ ਗਿਆ। ਉਸ ਭਰਮ ਵਿੱਚ ਅਸੀਂ ਕਹਿੰਦੇ ਆ ਕੰਮ ਸੌਖਾ ਹੈ। ਸਤਿਗੁਰੂ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਕੰਚਨ ਕੇ ਕੋਟ, ਕੋਟ ਮੈਨੇ ਕਿਲੇ, ਤੂੰ ਕੰਚਨ ਸੋਨਾ, ਤੂੰ ਸੋਨੇ ਦਾ ਕਿਲਾ ਬਣਾ ਕੇ ਵੀ ਦਾਨ ਕਰ ਦੇ ਤਾਂ ਵੀ ਗੱਲ ਨਹੀਂ ਬਣਨੀ। ਕੰਚਨ ਕੇ ਕੋਟ ਦਤ ਕਰੀ, ਦਤ ਦਾ ਅਰਥ ਹੈ ਦਾਨ ਕਰਨਾ। ਤੇ ਦਾਨ ਦਾ ਅਰਥ ਹੁਣੇ ਤੁਹਾਡੇ ਨਾਲ ਪੰਕਤੀ 2 ਵਾਰ ਸਾਂਝੀ ਕੀਤੀ ਹੈ, ਕੱਲ ਵੀ ਕੀਤੀ, ਪਿਛਲੇ ਸਮੇਂ ਦੇ ਵਿੱਚ ਵੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਕਿ ਮੁਰਪਿਤ ਪੂਰਬ ਕੀ ਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਾਵੇ ਜਾਤ ਤਰਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਹੁਣ ਤੁਸੀਂ ਕਹੋ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਦਾਨ ਕੀਤਾ, ਤੇ ਗੁਰੂ ਸਾਹਿਬ ਕਹਿੰਦੇ ਵੀ ਆਹ ਦਾਨ ਦਾ ਅਰਥ ਹੈ ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਦਾਨ ਦਾ ਅਰਥ ਵੰਡਣਾ। ਪਰ ਜਿਹੜੇ ਸਾਨੂੰ ਭਰਮ 'ਚ ਪਾਇਆ, ਕਹਿੰਦੇ ਕੰਚਨ ਕੇ ਕੋਟ ਦਤ ਕਰੀ, ਬਹੁ ਹੈਵਰ ਗੈਵਰ ਦਾਨ। ਤੂੰ ਭਾਵੇਂ ਸੋਨੇ ਦਾ ਕਿਲਾ ਉਸਾਰ ਕੇ ਦਾਨ ਕਰ ਦੇ, ਭਾਵੇਂ ਤੂੰ ਹਾਥੀ ਘੋੜੇ ਦਾਨ ਕਰ ਦੇ, ਭੂਮ ਦਾਨ ਗਊਆ ਘਣੀ, ਭਾਵੇਂ ਤੂੰ ਜ਼ਮੀਨ ਦਾਨ ਕਰ ਦੇ, ਭਾਵੇਂ ਤੂੰ ਗਊਆਂ ਦਾਨ ਕਰ ਦੇ। ਕਹਿੰਦੇ ਨੇ ਫਿਰ ਧਿਆਨ ਰੱਖੀ, ਭੂਮ ਦਾਨ ਗਊਆ ਘਣੀ, ਪੀ ਅੰਤਰ ਗਰਭ ਗੁਮਾਨ। ਆ ਜਿਹੜਾ ਅੰਦਰ ਗਰਭ ਹੰਕਾਰ ਹੈ ਨਾ, ਗੁਮਾਨ, ਇਹ ਹੰਕਾਰ ਘਟੇਗਾ ਨਹੀਂ, ਸਗੋਂ ਹੋਰ ਵੱਧ ਜਾਏਗਾ। ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ, ਗੁਮਾਨ ਨਾਨਕ ਨੇਫਲ ਜਾਤ ਤੈਂ ਜਿਉ ਕੁੰਚਰ ਇਸ਼ਨਾਨ। ਇਸ ਲਈ ਸਭ ਕਹਿੰਦੇ ਇਹਨੇ ਤੇਰਾ ਰੋਗ ਹੋਰ ਵਧਾ ਦੇਣਾ। ਕੀ ਕਰ? ਰਾਮ ਨਾਮ ਮਨ ਬੇਦਿਆ, ਗੁਰ ਦੀਆ ਸਚ ਦਾਨ। ਆ ਗੁਰੂ ਨੇ ਜਿਹੜਾ ਸੱਚੀ ਨਾਮ ਦੀ ਬਖਸ਼ਿਸ਼ ਦਿੱਤੀ ਹੈ ਨਾ, ਆ ਬਖਸ਼ਿਸ਼ ਆਪਣੇ ਮਨ ਦੇ ਵਿੱਚ ਲੈ, ਆਪਣੇ ਮਨ ਨੂੰ ਪਰਮੇਸ਼ਵਰ ਦੇ ਨਾਮ ਨਾਲ ਜੋੜ ਲੈ। ਤੈਨੂੰ ਇਹ ਸਾਰੇ ਕਰਮ ਕਰਨ ਦੀ ਲੋੜ ਨਹੀਂ, ਤੈਨੂੰ ਸਰੀਰ ਕਟਾਉਣ ਦੀ ਲੋੜ ਨਹੀਂ, ਅੱਗ 'ਚ ਸਾੜਨ ਦੀ ਲੋੜ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ, ਜੋਗੀਓ
ਕੰਨਾਂ 'ਚ ਮੁੰਦਰਾਂ ਪਾਉਣ ਦੀ ਲੋੜ ਨਹੀਂ ਸੀ, ਤਨ ਤੇ ਵਿਭੂਤੀ ਲਾਉਣ ਦੀ ਲੋੜ ਨਹੀਂ ਸੀ, ਤੁਹਾਨੂੰ ਪਹਾੜ ਦੀ ਚੋਟੀ ਤੇ ਜਾਣ ਦੀ ਲੋੜ ਨਹੀਂ ਸੀ। ਤੁਹਾਨੂੰ ਇੱਕ ਕੰਮ ਕਰਨ ਦੀ ਲੋੜ ਸੀ, ਮੁੰਦਾ ਸੰਤੋਖ ਚਰਮ ਪਤ ਝੋਲੀ, ਧਿਆਨ ਕੀ ਕਰੈ ਪੈ ਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ, ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆ ਰੂਪ ਬਣਾਉਣਾ ਸੀ ਤੁਸੀਂ ਬਾਹਰੋਂ ਕੰਨਾਂ 'ਚ ਮੁੰਦਰਾਂ ਪਾ ਕੇ ਬਹਿ ਗਏ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਹੜਾ ਗੁਰੂ ਨੇ ਨਾਮ ਦੀ ਬਖਸ਼ਿਸ਼ ਦਿੱਤੀ ਹੈ ਨਾ ਸੱਚੀ ਬਾਣੀ ਦੇ ਰੂਪ ਵਿੱਚ, ਉਹਦੇ ਵਿੱਚ ਆਪਣੇ ਮਨ ਨੂੰ ਜੋੜੋ, ਮਨ ਨੂੰ ਲੀਨ ਕਰੋ। ਜਿਨ੍ਹਾਂ ਨੇ ਗੁਰੂ ਦੇ ਰਾਹੀਂ ਇਹ ਸੱਚੇ ਨਾਮ ਦੀ ਬਖਸ਼ਿਸ਼ ਲੈ ਲਈ, ਰਾਮ ਨਾਮ ਮਨ ਵਿਦਿਆ, ਉਹਨਾਂ ਦਾ ਮਨ ਫਿਰ ਰਾਮ ਪਰਮੇਸ਼ਵਰ ਦੇ ਨਾਮ ਵਿੱਚ ਵਿੰਨਿਆ ਗਿਆ। ਗੁਰ ਦੀਆ, ਗੁਰੂ ਨੇ ਜਿਨ੍ਹਾਂ ਨੂੰ ਸੱਚ ਦਾਨ ਆ ਸੱਚੇ ਨਾਮ ਦੀ ਬਖਸ਼ਿਸ਼ ਜੀ ਦੀ ਝੋਲੀ ਵਿੱਚ ਪਾ ਦਿੱਤੀ। ਹੁਣ ਇਹ ਝੋਲੀ ਵਿੱਚ ਕਿਹਦੇ ਪੈਣੀ ਹੈ? ਜਿਹਨੇ ਝੋਲੀ ਅੱਗੇ ਕਰਕੇ ਮੰਗਣਾ ਹੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਹੋ ਦਇਆਲ ਨਾਮ ਦੇਹੋ, ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਆ ਅਸੀਂ ਦਰ ਤੇ ਗੁਰੂ ਸਾਹਿਬ ਦੇ ਭਿਖਾਰੀ ਬਣ ਕੇ ਆਹ ਵਾਲੀਆਂ ਦਾਤਾਂ ਮੰਗਣੀਆਂ ਨੇ, ਤਾਂ ਸਾਡੇ ਮਨ ਵਿੱਚੋਂ ਵਿਕਾਰਾਂ ਦੀ ਮੱਲ ਉਤਰੇਗੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਿਰਲੇਪ ਹੋ ਕੇ ਫਿਰ ਸਾਡਾ ਜਨਮ ਸੁਖੀ ਹੋਏਗਾ, ਆਨੰਦਮਈ ਹੋਏਗਾ, ਖੁਸ਼ੀਆਂ ਨਾਲ ਭਰ ਜਾਏਗਾ। ਸਾਡੇ ਸੋਕੇ ਮੁੱਕ ਜਾਣਗੇ, ਹਰਿਆਵਲੀ ਆ ਜਾਏਗੀ ਔਰ ਨਿਰੰਕਾਰ ਨਾਲ ਸਾਡਾ ਮੇਲ ਹੋ ਜਾਏਗਾ। ਅਸੀਂ ਇਹੀ ਬਖਸ਼ਿਸ਼ ਗੁਰੂ ਸਾਹਿਬ ਕੋਲੋਂ ਮੰਗਣੀ ਹੈ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਨਿਤ ਗੁਰੂ ਸਾਹਿਬ ਜੀ ਦੇ ਦਰ ਤੇ ਆ ਕੇ ਸਤ ਸੰਗਤ ਦੇ ਰੂਪ ਵਿੱਚ ਇਹ ਦਾਤ ਮੰਗਣੀ ਹੈ, ਤਾਂ ਕਿ ਸਾਡਾ ਮਨ ਸੱਚੇ ਨਾਮ ਵਿੱਚ ਲੀਨ ਹੋ ਜਾਏ। ਅਸੀਂ ਸੁਰਤ ਕਰਕੇ ਸ਼ਬਦ ਨਾਲ ਜੁੜ ਜਾਈਏ, ਜਿਹਦੇ ਨਾਲ ਸਾਡੇ ਦੁੱਖ ਰੋਗ ਕਲਾ ਕਲੇਸ਼ ਮੁੱਕ ਜਾਣ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਜੀਵਨ ਸਾਡਾ ਤੁਹਾਡਾ ਬਣ ਜਾਏ। ਗੁਰੂ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮੇਰ ਦਾ ਹੱਥ ਰੱਖਣ। ਗੁਰੂ ਸਾਹਿਬ ਜੀ ਦੇ ਅੱਜ ਦੇ ਸ਼ਬਦ ਵਿੱਚ 4 ਪਦੀਆਂ ਦੀ ਵਿਚਾਰ ਹੋਈ ਹੈ। ਅੰਮ੍ਰਿਤਮਈ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਕੰਚਨ ਕੇ ਕੋਟ ਦਤ ਕਰੀ, ਬਹੁ ਹੈਵਰ ਗੈਵਰ ਦਾਨ, ਭੂਮ ਦਾਨ ਗਊਆ ਕਣੀ, ਭੀ ਅੰਤਰ ਗਰਭ ਗੁਮਾਨ, ਰਾਮ ਨਾਮ ਮਨ ਵਿਦਿਆ,
ਗੁਰ ਦੀਆ ਸਚ ਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।